ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਪਾਂ ਡੀਐਲਐਡ ਫਸਟ ਈਅਰ ਦੀ ਬੁੱਕ ਚਾਈਲਡਹੁੱਡ ਐਂਡ ਡਿਵੈਲਪਮੈਂਟ ਆਫ ਚਿਲਡਰਨ ਦਾ ਫਸਟ ਚੈਪਟਰ ਗਰੋਥ ਐਂਡ ਡਿਵੈਲਪਮੈਂਟ ਨੂੰ ਡਿਸਕਸ ਕਰ ਰਹੀ ਸੀ, ਜਿਸ ਦੇ ਵਿੱਚ ਆਪਾਂ ਗਰੋਥ ਡਿਵੈਲਪਮੈਂਟ ਉਹਨਾਂ ਦੇ ਡਿਫਰੈਂਸ ਨੂੰ ਆਪਾਂ ਡਿਸਕਸ ਕਰ ਲਿਆ। ਤੇ ਅੱਜ ਆਪਾਂ ਆਪਣਾ ਨੈਕਸਟ ਟੌਪਿਕ ਫੈਕਟਰਸ ਅਫੈਕਟਿੰਗ ਗਰੋਥ ਐਂਡ ਡਿਵੈਲਪਮੈਂਟ ਇਸ ਨੂੰ ਡਿਸਕਸ ਕਰਾਂਗੇ। ਤਾਂ ਆਪਣਾ ਜਿਹੜੇ ਫੈਕਟਰ ਹੈਗੇ ਕਿਹੜੇ ਫੈਕਟਰ ਹੈਗੇ ਆ ਜਿਹੜੇ ਕਿ ਗਰੋਥ ਤੇ ਡਿਵੈਲਪਮੈਂਟ ਨੂੰ ਇਫੈਕਟ ਕਰਦੇ ਹੈਗੇ, ਉਹਨਾਂ ਦੇ ਬਾਰੇ ਆਪਾਂ ਪੜ੍ਹਨਾ ਹੈਗਾ। ਜਿਸ ਦੇ ਵਿੱਚ ਆਪਣਾ ਜੋ ਫਸਟ ਪੁਆਇੰਟ ਹੈਗਾ ਉਹ ਹੈਗਾ ਫੂਡ। ਜਿਹੜਾ ਫੂਡ ਹੈਗਾ ਗਾ, ਅਗਰ ਬੱਚੇ ਨੂੰ ਆਪਾਂ ਇੱਕ ਵਧੀਆ ਸੰਤੁਲਿਤ, ਜਿਸ ਨੂੰ ਆਪਾਂ ਬੈਲੈਂਸ ਡਾਈਟ ਬੋਲ ਦਿੰਦੇ ਹਾਂ, ਉਹ ਅਗਰ ਅੱਛਾ ਸੰਤੁਲਿਤ ਭੋਜਨ ਦਿੱਤਾ ਜਾਵੇ ਜਿਸ ਦੇ ਵਿੱਚ ਜਿਹੜੇ ਜ਼ਰੂਰੀ ਨਿਊਟਰੀਐਂਟ ਹੁੰਦੇ ਹੈਗੇ, ਕਾਰਬੋਹਾਈਡਰੇਟ, ਪ੍ਰੋਟੀਨ, ਚਿਕਨਾਈ, ਵਿਟਾਮਿਨ, ਖਣਿਜ ਪਦਾਰਥ, ਇਹ ਸਾਰੇ ਇੱਕ ਸਹੀ ਅਨੁਪਾਤ, ਸਹੀ ਰੇਸ਼ੋ ਦੇ ਵਿੱਚ ਅਗਰ ਇੱਕ ਬੱਚੇ ਨੂੰ ਦਿੱਤੇ ਜਾਣ ਤਾਂ ਉਸ ਦਾ ਵਾਧਾ ਅਤੇ ਵਿਕਾਸ ਵਧੀਆ ਤਰੀਕੇ ਦੇ ਨਾਲ ਹੋ ਸਕਦਾ ਹੈ। ਨੈਕਸਟ ਹੈ ਖੁੱਲੀ ਹਵਾ ਤੇ ਧੁੱਪ। ਬੱਚੇ ਨੂੰ ਸ਼ੁਰੂ ਦੇ ਸਾਲਾਂ ਵਿੱਚ ਵੀ ਜ਼ਿਆਦਾ ਜ਼ਰੂਰੀ ਹੈ, ਬਟ ਹਮੇਸ਼ਾ ਹੀ ਅਗਰ ਬੱਚੇ ਨੂੰ ਅੱਛਾ ਖੁੱਲੀ ਹਵਾ, ਜਿਸ ਦੇ ਵਿੱਚ ਅੱਛੀ ਆਕਸੀਜਨ ਹੋਵੇ, ਅੱਛੀ ਧੁੱਪ ਹੋਵੇ, ਉਹ ਦਿੱਤੀ ਜਾਵੇ ਤਾਂ ਬੱਚੇ ਦਾ ਜੋ ਸਿਹਤ ਹੈ ਉਹ ਵਧੀਆ ਰਹੂਗੀ। ਸਰੀਰਕ ਕਸਰਤਾਂ ਤੇ ਕਿਰਿਆਵਾਂ। ਬੱਚੇ ਨੂੰ ਕੁਛ ਸਰੀਰ ਦੇ ਨਾਲ ਰਿਲੇਟਡ ਜੋ ਵੀ ਐਕਟੀਵਿਟੀਜ਼ ਹੈ, ਐਕਸਰਸਾਈਜ਼ਜ਼ ਹੈ, ਉਹ ਕਰਵਾਉਣੀਆਂ ਚਾਹੀਦੀਆਂ ਹੈਗੀਆਂ। ਐਕਸਰਸਾਈਜ਼ਜ਼ ਡੇਲੀ ਹੁੰਦੀਆਂ ਹੀ ਆਪਾਂ ਕਰਵਾਉਣੀ ਚਾਹੀਦੀਆਂ, ਸਕੂਲਾਂ ਦੇ ਵਿੱਚ ਵੀ ਹੁੰਦੀਆਂ। ਉਸ ਤੋਂ ਇਲਾਵਾ ਕੁਛ ਐਕਟੀਵਿਟੀਜ਼ ਲਾਈਕ ਕੁਛ ਖੇਡਾਂ, ਨਾਚ, ਕੁਸ਼ਤੀ, ਇਹ ਸਾਰਾ ਕੁਛ ਥੋੜ੍ਹਾ ਬਹੁਤ ਹੋਣਾ ਚਾਹੀਦਾ, ਜਿਸ ਦੇ ਨਾਲ ਬੱਚੇ ਦੀ ਜੋ ਹੈਲਥ ਆ ਉਹ ਸਹੀ ਰਹੇ, ਫਿਟਨੈਸ ਵਧੀਆ ਰਹਿੰਦੀ ਹੈ। ਨੈਕਸਟ ਹੈ ਆਪਣੀਆਂ ਗਲੈਂਡਾਂ ਦਾ ਕਾਰਜ, ਮਤਲਬ ਜੋ ਆਪਣੀ ਬੋਡੀ ਦੇ ਵਿੱਚ ਗਲੈਂਡਸ ਹੁੰਦੇ ਆ ਉਹਨਾਂ ਦੀ ਫੰਕਸ਼ਨਿੰਗ ਦੇ ਬਾਰੇ ਪੜ੍ਹ ਰਹੇ ਹਾਂ ਆਪਾਂ। ਸਭ ਤੋਂ ਪਹਿਲਾਂ ਆਪਣੀ ਜੋ ਕਹਿੰਦੇ ਬੋਡੀ ਦੇ ਵਿੱਚ ਇੱਕ ਗਲੈਂਡ ਹੁੰਦਾ ਹੈਗਾ ਪਿਚੂਟਰੀ, ਜਿਸ ਨੂੰ ਮੁੱਖ ਗ੍ਰੰਥੀ ਮਾਸਟਰ ਗਲੈਂਡ ਕਿਹਾ ਜਾਂਦਾ ਹੈ। ਇਹ ਬੱਚੇ ਦੇ ਸਰੀਰ ਦੇ ਵਿਕਾਸ ਦੇ ਵਿੱਚ ਬਹੁਤ ਜ਼ਿਆਦਾ ਹੈਲਪਫੁਲ ਹੁੰਦੀ ਹੈਗੀ। ਹੁਣ ਇਸ ਦੇ ਵਿੱਚ ਕੀ ਹੈਗੇ, ਦੋ ਕੰਮ ਹੈ। ਅਗਰ ਤਾਂ ਕਹਿੰਦੇ ਜਿਹੜੀ ਪਿਚੂਟਰੀ ਗਲੈਂਡ ਹੈਗਾ ਉਹ ਕੁਝ ਜ਼ਿਆਦਾ ਜੇ ਉਹ ਜ਼ਿਆਦਾ ਕਾਰਜਸ਼ੀਲ ਨਾ ਹੋਵੇ, ਠੀਕ ਹੈ, ਦੈਨ ਜਿਹੜਾ ਬੱਚਾ ਹੈਗਾ ਗਾ ਉਹ ਬੌਨਾ ਹੋ ਜਾਂਦਾ ਹੈ। ਮਤਲਬ ਅਗਰ ਉਹ ਕੰਮ ਨਾ ਕਰੇ ਪ੍ਰੋਪਰ ਵੇ ਦੇ ਨਾਲ ਪਿਚੂਟਰੀ ਗਲੈਂਡ, ਤਾਂ ਬੱਚੇ ਦੀ ਹਾਈਟ ਨਹੀਂ ਵੱਧਦੀ। ਤੇ ਜੇ ਉਹ ਕੁਝ ਜ਼ਿਆਦਾ ਹੀ ਕਾਰਜਸ਼ੀਲ ਹੋਵੇ, ਠੀਕ ਹੈ ਜੀ, ਦੈਨ ਫਿਰ ਕੀ ਹੁੰਦਾ ਹੈਗਾ, ਬੱਚੇ ਦਾ ਜਿਹੜਾ ਕੱਦ ਹੈ ਕੁਝ ਜ਼ਿਆਦਾ ਹੀ ਵੱਧ ਜਾਂਦਾ ਹੈਗਾ। ਤਾਂ ਮਤਲਬ ਕੀ ਹੈਗਾ ਵੀ ਇਹ ਸਾਰਾ ਕੁਝ ਪਿਚੂਟਰੀ ਗਲੈਂਡ 'ਤੇ ਡਿਪੈਂਡ ਕਰਦਾ ਹੈਗਾ ਕਿ ਜੋ ਬੱਚੇ ਦੀ ਹਾਈਟ ਹੈ ਉਹ ਛੋਟੀ ਹੋਣੀ ਹੈ ਜਾਂ ਲੰਬੀ ਹੋਣੀ ਹੈ। ਅਗਰ ਜ਼ਿਆਦਾ ਕਾਰਜਸ਼ੀਲ ਹੋਵੇ ਤਾਂ ਬੱਚੇ ਦਾ ਕੱਦ ਕੁਝ ਜ਼ਿਆਦਾ ਹੀ ਵੱਧ ਜਾਂਦਾ ਹੈਗਾ, ਤੇ ਨਹੀਂ ਫਿਰ ਬੱਚਾ ਕੀ ਹੋ ਜਾਂਦਾ, ਬੌਣਾ ਰਹਿ ਜਾਂਦਾ ਹੈਗਾ। ਇਸ ਤੋਂ ਬਾਅਦ ਆਪਣਾ ਨੈਕਸਟ ਹੈਗਾ ਗਾ ਗਲੈਂਡ ਥਾਇਰਾਇਡ। ਥਾਇਰਾਇਡ ਕੀ ਕਰਦਾ ਹੈ, ਆਪਣੇ ਸਰੀਰ ਦੇ ਵਿੱਚ ਜਿਹੜਾ ਕੈਲਸ਼ੀਅਮ ਹੈ ਉਸ ਨੂੰ ਨਿਯਮਿਤ ਕਰਦਾ, ਕੰਟਰੋਲ ਕਰਕੇ ਰੱਖਦਾ ਹੈ। ਤੇ ਜੇ ਕੈਲਸ਼ੀਅਮ ਦੀ ਕਮੀ ਹੋ ਜੇ ਤਾਂ ਸਰੀਰ ਦੇ ਵਿੱਚ ਜਿਹੜੀਆਂ ਹੱਡੀਆਂ ਹੁੰਦੀਆਂ ਹੈਗੀਆਂ ਉਹ ਕਮਜ਼ੋਰ ਹੋਣ ਲੱਗ ਜਾਂਦੀਆਂ ਹੈਗੀਆਂ। ਸੋ ਇਸ ਕਰਕੇ ਜਿਹੜਾ ਥਾਇਰਾਇਡ ਗਲੈਂਡ ਹੈ ਉਹ ਵੀ ਬਹੁਤ ਇੰਪੋਰਟੈਂਟ ਹੈ ਕਿ ਪ੍ਰੋਪਰ ਵੇ ਦੇ ਨਾਲ ਸਰੀਰ ਦੇ ਵਿੱਚ ਕੰਮ ਕਰਦਾ ਰਹੇ। ਇਸ ਤੋਂ ਬਾਅਦ ਹੈ ਆਪਣਾ ਨੈਕਸਟ ਲਿੰਗ ਗ੍ਰੰਥੀ। ਲਿੰਗ ਗ੍ਰੰਥੀ ਦਾ ਕੰਮ ਕੀ ਹੈ, ਅਗਰ ਲਿੰਗ ਗ੍ਰੰਥੀ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਕਰਦੀ ਤਾਂ ਜਿਹੜੀ ਜਵਾਨੀ ਆਉਣ ਦੇ ਵਿੱਚ ਟਾਈਮ ਥੋੜ੍ਹਾ ਲੱਗਦਾ ਹੈ। ਤੇ ਜੇ ਲਿੰਗ ਗ੍ਰੰਥੀ ਕੁਝ ਪਹਿਲਾਂ ਹੀ ਜ਼ਿਆਦਾ ਹੀ ਕਾਰਜਸ਼ੀਲ ਹੋਣ ਲੱਗ ਜਾਂਦੀ ਹੈ ਤਾਂ ਛੋਟੀ ਉਮਰ ਦੇ ਵਿੱਚ ਹੀ ਕੀ ਲੱਗਣ ਲੱਗ ਜਾਂਦਾ ਹੈ ਕਿ ਜਿਹੜਾ ਬੱਚਾ ਹੈਗਾ ਉਹ ਥੋੜ੍ਹਾ ਮੈਚਿਓਰ ਹੋ ਗਿਆ। ਇਹ ਤਾਂ ਤੁਸੀਂ ਵੀ ਆਮ ਆਪਾਂ ਜ਼ਿੰਦਗੀ ਦੇ ਵਿੱਚ ਦੇਖਦੇ ਆਂਗੇ ਕਿ ਕਈ ਵਾਰ ਕੀ ਹੁੰਦਾ, ਆਪਾਂ ਜਦੋਂ ਕਿਸੇ ਤੋਂ ਉਸ ਦੀ ਏਜ ਪੁੱਛਦੇ ਹਾਂ, ਹੈ ਨਾ, ਕਿ ਤੇਰੀ ਏਜ ਕਿੰਨੀ ਹੈ, ਚਲੋ ਲੈਟ ਕਰ ਲਓ, ਅਗਲੇ ਨੇ ਕਹਿਤਾ ਮੇਰੀ 25 ਹੈ, ਹੈ ਨਾ, ਤਾਂ ਕਈ ਵਾਰ ਆਪਾਂ ਨੂੰ ਯਕੀਨ ਹੀ ਨਹੀਂ ਆਉਂਦਾ, ਅੱਛਾ ਤੇਰੀ ਏਜ 25 ਹੈ। ਸਮਟਾਈਮਸ ਕੀ ਹੁੰਦਾ, ਉਹ ਆਪਾਂ ਨੂੰ ਛੋਟਾ ਲੱਗਦਾ ਹੁੰਦਾ ਦੇਖਣ 'ਚ। ਦੈਟ ਮੀਨ ਕੀ ਹੁੰਦਾ ਹੈਗਾ ਵੀ ਉਹਦੀ ਜਿਹੜੀ ਲਿੰਗ ਗ੍ਰੰਥੀ ਹੈਗੀ ਹੈ ਉਹ ਇੰਨੀ ਕਾਰਜਸ਼ੀਲ ਨਹੀਂ ਹੋਈ, ਜਿਸ ਕਰਕੇ ਆਪਾਂ ਉਸ ਦੀ ਏਜ ਦਾ ਅੰਦਾਜ਼ਾ ਬਾਏ ਫੇਸ ਨਹੀਂ ਲਗਾ ਸਕਦੇ। ਇਸ ਤੋਂ ਬਾਅਦ ਹੈ ਲਿੰਗੀ ਭਿੰਨਤਾ। ਲਿੰਗੀ ਭਿੰਨਤਾ ਦੇ ਵਿੱਚ ਜਨਮ ਵੇਲੇ ਲੜਕੇ ਲੜਕੀਆਂ ਨਾਲੋਂ ਆਕਾਰ ਵਿੱਚ ਕੁਝ ਵੱਡੇ ਹੁੰਦੇ ਹਨ। ਜਦੋਂ ਬੱਚੇ ਦਾ ਬਰਥ ਹੁੰਦਾ ਉਹਦੇ ਜਿਹੜੇ ਲੜਕੀਆਂ ਨਾਲ ਥੋੜ੍ਹੇ ਜਿਹੇ ਵੱਡੇ ਲੱਗਦੇ ਆ, ਪਰ ਲੜਕਿਆਂ ਨਾਲੋਂ ਲੜਕੀਆਂ ਵਿੱਚ ਜ਼ਿਆਦਾ ਤੇਜ਼ੀਆਂ ਵੱਧਦੀਆਂ ਹੈਗੀਆਂ। ਹੁਣ ਤੁਸੀਂ ਦੇਖਿਆ ਹੀ ਹੋਏਗਾ ਆਪਣੀ ਕਲਾਸ ਦੇ ਵਿੱਚ ਵੀ ਹੁੰਦੀ ਹੈ, ਜਿਵੇਂ ਕਿ ਬੱਚੇ, ਹੈ ਨਾ, ਜਦੋਂ ਕਿ ਆਪਾਂ ਬਿਲਕੁਲ ਛੋਟੇ ਬੱਚੇ ਹੁੰਦੇ ਆ ਉਹ ਤਾਂ ਜਿਹੜੇ ਬॉयਜ਼ ਆ ਉਹ ਥੋੜ੍ਹੇ ਜ਼ਿਆਦਾ ਵੱਡੇ ਲੱਗਦੇ ਹੁੰਦੇ ਆ ਕੁੜੀਆਂ ਨਾਲੋਂ। ਪਰ ਕਰਦੇ ਕਰਦੇ ਜਦੋਂ ਆਪਾਂ ਕੁਛ 13-14 ਦੀ ਏਜ ਦੇ ਵਿੱਚ ਪਹੁੰਚ ਜਾਂਦੇ ਹਾਂ, ਉਦੋਂ ਜਿਹੜੀਆਂ ਗਰਲਜ਼ ਹੁੰਦੀਆਂ ਹੈਗੀਆਂ ਉਹ ਥੋੜ੍ਹੀਆਂ ਜ਼ਿਆਦਾ ਮੈਚਿਓਰ ਲੱਗਣ ਲੱਗ ਜਾਂਦੀਆਂ। ਤੇ 13-14 ਦੀ ਏਜ ਦੇ ਵਿੱਚ ਹਜੇ ਬॉयਜ਼ ਇੰਨੇ ਜ਼ਿਆਦਾ ਮੈਚਿਓਰ ਨਹੀਂ ਲੱਗਦੇ ਹੁੰਦੇ।
ਨੈਕਸਟ ਪੁਆਇੰਟ ਹੈਗਾ ਆਪਣਾ ਬੁੱਧੀ। ਕੁਝ ਖੋਜੀਆਂ ਦੇ ਅਨੁਸਾਰ ਇਹ ਚੀਜ਼ ਦੇਖੀ ਗਈ ਹੈਗੀ ਹੈ ਕਿ ਤੇਜ਼ ਬੁੱਧੀ ਵਾਲੇ ਬਾਲਕਾਂ ਦਾ ਵਿਕਾਸ ਮੰਦ ਬੁੱਧੀ ਦੇ ਬਾਲਕਾਂ ਦੇ ਨਾਲੋਂ ਤੇਜ਼ੀ ਨਾਲ ਹੁੰਦਾ ਹੈਗਾ। ਮਤਲਬ ਕਿ ਹੁਣ ਇਸ ਚੀਜ਼ ਨੂੰ ਇਹਨਾਂ ਨੇ ਡਿਵੈਲਪਮੈਂਟ ਤੇ ਗਰੋਥ ਇੱਕ ਦੂਜੇ ਨੂੰ ਕੋਰੀਲੇਟ ਕੀਤਾ ਹੋਇਆ ਹੈਗਾ। ਕਹਿੰਦੀ ਅਗਰ ਬੁੱਧੀ ਤੇਜ਼ ਹੈ ਮਤਲਬ ਬੱਚੇ ਦਾ ਡਿਵੈਲਪਮੈਂਟ ਅੱਛਾ ਹੈ ਤਾਂ ਉਹਦੀ ਗਰੋਥ ਵੀ ਅੱਛੀ ਹੋਊਗੀ, ਤੇ ਜੇ ਉਹਦੀ ਮਤਲਬ ਬੁੱਧੀ ਪ੍ਰਕਾਰ ਅਗਰ ਉਹ ਤਾਂ ਸਹੀ ਨਹੀਂ ਹੈਗਾ ਬੱਚੇ ਦਾ, ਤਾਂ ਫਿਰ ਉਹਦੀ ਜਿਹੜੀ ਗਰੋਥ ਹੈ ਉਹ ਵੀ ਪ੍ਰੋਪਰ ਵੇ ਦੇ ਨਾਲ ਨਹੀਂ ਹੁੰਦੀ ਗੀ। ਜਾਤੀ ਤੇ ਸੱਭਿਆਚਾਰ, ਹੁਣ ਇਹਨਾਂ ਨੇ ਜਾਤੀ ਬੇਸਿਸ ਤੇ ਵੀ ਕਹਿੰਦੇ ਕਿ ਜਾਤੀ ਵਾਈਜ਼ ਵੀ ਇਹ ਚੀਜ਼ਾਂ ਦਾ ਫਰਕ ਪੈਂਦਾ ਹੈਗਾ ਕਿ ਕਈ ਜਾਤੀਆਂ ਦੇ ਬੱਚੇ ਥੋੜੇ ਜ਼ਿਆਦਾ ਇੰਟੈਲੀਜੈਂਟ ਹੁੰਦੇ ਆ, ਕਈਆਂ ਦੇ ਜ਼ਿਆਦਾ ਨਹੀਂ ਹੁੰਦੇਗੇ। ਕੁਝ ਜਾਤੀਆਂ ਦੇ ਬੱਚੇ ਦੂਜੇ ਜਾਤੀਆਂ ਦੇ ਬੱਚਿਆਂ ਨਾਲੋਂ ਸਰੀਰਕ ਰੂਪ ਵਿੱਚ ਛੇਤੀ ਵਿਕਸਿਤ ਹੁੰਦੇ ਹਨ, ਜਿਵੇਂ ਕਿ ਭਾਰਤੀ, ਨਿਗਰੋ, ਨੇਪਾਲੀ, ਭੂਟਾਨੀ, ਚੀਨੀ ਬਾਲਕਾਂ ਦਾ ਜਿਹੜਾ ਵਿਕਾਸ ਹੈਗਾ ਉਹ ਯੂਰਪੀ ਜਾਤੀਆਂ ਦੇ ਬਾਲਕਾਂ ਨਾਲੋਂ ਹੌਲੀ ਹੁੰਦਾ। ਮਤਲਬ ਕੀ ਹੈਗਾ ਗਾ, ਜਿਹੜੇ ਯੂਰਪੀ ਜਾਤੀ ਦੇ ਬੱਚੇ ਹੁੰਦੇ ਆ ਉਹਨਾਂ ਦਾ ਸਰੀਰਕ ਵਿਕਾਸ ਛੇਤੀ ਹੋ ਜਾਂਦਾ ਹੈ, ਪਰ ਜਿਹੜੇ ਬੱਚੇ ਭਾਰਤੀ, ਨਿਗਰੋ, ਨੇਪਾਲੀ, ਭੂਟਾਨੀ ਹੁੰਦੇ ਆ ਇਹਨਾਂ ਦੇ ਜਿਹੜੇ ਬੱਚੇ ਹੁੰਦੇ ਆ ਇਹਨਾਂ ਦੇ ਵਿੱਚ ਜੋ ਸਰੀਰਕ ਤੌਰ ਦੇ ਉੱਪਰ ਵਾਧਾ ਹੁੰਦਾ ਹੈਗਾ ਉਹ ਥੋੜਾ ਹੌਲੀ ਦੇਖਣ ਨੂੰ ਮਿਲਦਾ ਹੈਗਾ। ਇਸ ਤੋਂ ਬਾਅਦ ਆ ਗਿਆ ਆਪਣਾ ਨੈਕਸਟ ਪੁਆਇੰਟ ਰੋਗ। ਸਰੀਰਕ ਬਿਮਾਰੀਆਂ ਵੀ ਬੱਚੇ ਦੇ ਵਿਕਾਸ ਉੱਪਰ ਪ੍ਰਭਾਵ ਪਾਉਂਦੀਆਂ ਹਨ। ਓਬਵੀਅਸਲੀ ਹੈਗਾ ਗਾ, ਅਗਰ ਬੱਚੇ ਦਾ ਜੋ ਸਰੀਰ ਹੈਗਾ ਗਾ ਉਹਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਆ ਰਹੀ ਹੈਗੀ ਹੈ ਹਨਾ, ਤਾਂ ਫਿਰ ਕੋਈ ਰੋਗ ਲੱਗਿਆ ਹੋਇਆ ਤਾਂ ਫਿਰ ਉਹ ਬੱਚਾ ਜਿਹੜਾ ਸਰੀਰਕ ਹੈ ਜਾਂ ਮਾਨਸਿਕ ਤੌਰ ਦੇ ਉੱਪਰ ਪ੍ਰੋਪਰ ਵੇ ਦੇ ਨਾਲ ਵਿਕਾਸ ਨਹੀਂ ਕਰ ਪਾਊਗਾ। ਘਰ ਦਾ ਵਾਤਾਵਰਨ, ਬੱਚੇ ਦੇ ਘਰ ਦਾ ਵਾਤਾਵਰਨ ਵੀ ਉਸਦੇ ਵਿਕਾਸ ਨੂੰ ਬਹੁਤ ਜ਼ਿਆਦਾ ਪ੍ਰਭਾਵ ਪਾਉਂਦਾ ਹੈਗਾ, ਕਿਉਂਕਿ ਅਗਰ ਬੱਚਾ ਵਧੀਆ ਵਾਤਾਵਰਨ ਦੇ ਵਿੱਚ ਰਹੂਗਾ ਤਾਂ ਉਹਦਾ ਵਿਕਾਸ ਵੀ ਚੰਗਾ ਹੁੰਦਾ ਹੈ, ਤੇ ਜੇ ਵਾਤਾਵਰਨ ਹੀ ਮਾੜਾ ਹੈਗਾ ਤਾਂ ਬੱਚੇ ਦੇ ਉੱਪਰ ਉਸ ਮਾੜੇ ਵਾਤਾਵਰਨ ਦਾ ਵੀ ਬਹੁਤ ਪ੍ਰਭਾਵ ਪੈਂਦਾ ਹੈਗਾ। ਇਸ ਤੋਂ ਬਾਅਦ ਹੈ ਆਪਣਾ ਨੈਕਸਟ ਐਜੂਕੇਸ਼ਨਲ ਇੰਪਲੀਕੇਸ਼ਨਸ ਆਫ ਪ੍ਰਿੰਸੀਪਲ ਆਫ ਗਰੋਥ ਐਂਡ ਡਿਵੈਲਪਮੈਂਟ। ਗਰੋਥ ਐਂਡ ਡਿਵੈਲਪਮੈਂਟ ਦੇ ਉੱਪਰ ਕੁਛ ਆਪਾਂ ਪ੍ਰਿੰਸੀਪਲਸ ਪੜਾਂਗੇ, ਠੀਕ ਹੈ, ਜਿਹੜੇ ਕਿ ਐਜੂਕੇਸ਼ਨਲ ਇੰਪਲੀਕੇਸ਼ਨਸ ਤੋਂ ਮਤਲਬ ਐਜੂਕੇਸ਼ਨਲ ਵੇ ਤੋਂ ਕੀ ਪੁਆਇੰਟ ਆਫ ਵਿਊ ਦੱਸਦੇ ਆ ਆਪਾਂ ਨੂੰ। ਹੁਣ ਕਹਿੰਦੇ ਇਹਨਾਂ ਨਿਯਮਾਂ ਦਾ ਗਿਆਨ ਸਿੱਖਿਆ ਸ਼ਾਸਤਰੀ ਤੇ ਅਧਿਆਪਕਾਂ ਲਈ ਬਹੁਤ ਜ਼ਰੂਰੀ ਹੈ। ਵਾਧੇ ਤੇ ਵਿਕਾਸ ਦੇ ਨਿਯਮਾਂ ਦੀ ਸਿੱਖਿਅਕ ਉਪਯੋਗਤਾ, ਹੁਣ ਜਿਹੜੀ ਆਪਣੀ ਵਾਧੇ ਤੇ ਵਿਕਾਸ ਦੇ ਵਾਸਤੇ ਹੁਣ ਕੁਛ ਸਿੱਖਿਅਕ ਉਪਯੋਗਤਾ ਦੱਸੀ ਗਈ ਹੈ ਕਿ ਜਿਹੜੀ ਆਪਣੀ ਐਜੂਕੇਸ਼ਨ ਹੈ ਉਹ ਆਪਾਂ ਨੂੰ ਵਾਧਾ ਤੇ ਵਿਕਾਸ ਦੇ ਬਾਰੇ ਕੀ ਹੋਰ ਜਾਣਕਾਰੀ ਦਿੰਦੀ ਹੈਗੀ ਆ, ਉਹਨਾਂ ਚੀਜ਼ਾਂ ਦੇ ਬਾਰੇ ਹੁਣ ਆਪਾਂ ਪੜ੍ਹਨਾ ਹੈਗਾ। ਤਾਂ ਇਹਦੇ ਵਿੱਚ ਜੋ ਫਸਟ ਪੁਆਇੰਟ ਹੈ ਤੁਹਾਡਾ ਵਿਕਾਸਾਤਮਕ ਲੱਛਣ, ਕੁਛ ਆਪਣੇ ਕਰੈਕਟਰਿਸਟਿਕਸ ਹੈਗੀਆਂ ਡਿਵੈਲਪਮੈਂਟ ਦੀਆਂ। ਵਾਧੇ ਤੇ ਵਿਕਾਸ ਦੇ ਨਿਯਮਾਂ ਦੇ ਗਿਆਨ ਦੀ ਸਹਾਇਤਾ ਨਾਲ ਅਧਿਆਪਕ ਨੂੰ ਇਹ ਜਾਣਕਾਰੀ ਹੁੰਦੀ ਹੈ ਕਿ ਕੁਝ ਖਾਸ ਪੜਾਵਾਂ ਤੇ ਵਿਦਿਆਰਥੀ ਦੇ ਭਿੰਨ-ਭਿੰਨ ਲੱਛਣ ਕੀ ਹਨ। ਤਾਂ ਇਹਦੇ ਵਿੱਚ ਕੀ ਹੈਗਾ ਗਾ, ਜਿਹੜਾ ਟੀਚਰ ਹੈਗਾ ਗਾ ਉਸ ਨੂੰ ਅਗਰ ਉਸ ਜਿਹੜਾ ਟੀਚਰ ਹੈ ਉਸ ਨੂੰ ਡਿਵੈਲਪਮੈਂਟਲ ਕਰੈਕਟਰਿਸਟਿਕਸ ਦੇ ਬਾਰੇ ਨੌਲੇਜ ਹੋਊਗੀ ਤਾਂ ਉਸ ਨੂੰ ਪਤਾ ਹੋਊਗਾ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਬੱਚਾ ਹੈਗਾ ਗਾ ਉਹਦੇ ਕਿਹੜੇ ਪੜਾਅ ਦੇ ਉੱਪਰ ਲੱਛਣ ਹੁੰਦੇ ਆ। ਇਹਦਾ ਮਤਲਬ ਹੋਇਆ ਕਿ ਬੱਚਾ ਜਿਹੜਾ ਫਸਟ ਸੈਕਿੰਡ ਕਲਾਸ ਦਾ ਹੋਇਆ ਉਹ ਕਿਹੋ ਜਿਹਾ ਬਿਹੇਵ ਕਰੂਗਾ, 5th 6th ਵਾਲਾ ਕਿਹੋ ਜਿਹਾ ਬਿਹੇਵ ਕਰੂਗਾ, 10th ਵਾਲਾ ਕਿਹੋ ਜਿਹਾ ਬਿਹੇਵ ਕਰੂਗਾ, ਤਾਂ ਉਸ ਨੂੰ ਥੋੜਾ ਬਹੁਤ ਕਰੈਕਟਰਿਸਟਿਕਸ ਦੇ ਬਾਰੇ ਪਤਾ ਹੁੰਦਾ ਹੈਗਾ। ਪਲੈਨਿੰਗ ਆਫ ਕਰਿਕੂਲਮ, ਜਿਹੜਾ ਆਪਣਾ ਪਾਠਕ੍ਰਮ ਹੈ, ਪਾਠਕ੍ਰਮ ਮਤਲਬ ਆਪਣਾ ਕਰਿਕੂਲਮ ਹੈ ਉਸ ਨੂੰ ਆਪਾਂ ਕਿਸ ਤਰੀਕੇ ਦੇ ਨਾਲ ਡਿਜ਼ਾਈਨ ਕਰਨਾ ਹੈਗਾ ਉਹਦੇ ਬਾਰੇ ਦੱਸਿਆ ਹੋਇਆ ਹੈਗਾ ਕਿ ਇੱਕ ਜਿਹੜਾ ਬੱਚਾ ਹੈਗਾ ਗਾ ਉਸ ਨੂੰ ਕਿਸ ਤਰੀਕੇ ਦੇ ਨਾਲ ਟੀਚਰ ਪੜ੍ਹਾਵੇ, ਉਹਨੂੰ ਕਿਵੇਂ ਸਿਖਾਉਣ ਦੀ ਕੋਸ਼ਿਸ਼ ਕਰੇ, ਜਿਹੜਾ ਉਹਦਾ ਲੈਸਨ ਪਲਾਨ ਹੈ ਉਹਨੂੰ ਕਿਸ ਤਰੀਕੇ ਦੇ ਨਾਲ ਪੜ੍ਹਾਵੇ ਕਿ ਉਹਦੇ ਉੱਪਰ ਅੱਛਾ ਇੱਕ ਪ੍ਰਭਾਵਸ਼ਾਲੀ ਅਸਰ ਦਿਖੇ ਬੱਚੇ ਦੇ ਵਿੱਚ। ਤਾਂ ਇਹ ਸਾਰਾ ਕੁਛ ਟੀਚਰ ਦੇ ਵਿੱਚ ਗੁਣ ਹੋਣੇ ਚਾਹੀਦੇ ਹੈ ਕਿ ਉਸਨੇ ਆਪਣਾ ਪਲਾਨ ਕਿਸ ਤਰੀਕੇ ਦਾ ਕਰਨਾ ਹੈ ਕਿ ਜੋ ਕਲਾਸ ਦੇ ਵਿੱਚ ਉਹ ਪੜ੍ਹਾ ਰਿਹਾ ਹੈਗਾ ਉਹਨੂੰ ਕਿਸ ਤਰੀਕੇ ਨਾਲ ਯੋਜਨਾ 'ਚ ਰੱਖੇ ਕਿ ਅੱਜ ਉਹਨੇ ਪਹਿਲਾਂ ਜੋ ਚੈਪਟਰ ਪੜ੍ਹਾਉਣਾ ਉਹਦੀ ਕੋਈ ਐਗਜ਼ਾਮਪਲ ਦੇਣੀ ਹੈ, ਫਿਰ ਚੈਪਟਰ ਪੜ੍ਹਾਉਣਾ ਹੈ, ਜਾਂ ਚੈਪਟਰ ਪੜ੍ਹਾਉਂਦੇ ਉਹਨੇ ਕੋਈ ਨਾ ਕੋਈ ਐਗਜ਼ਾਮਪਲ ਕਿਸ ਤਰੀਕੇ ਦੀ ਦੇਣੀ ਹੈ ਕਿ ਬੱਚਾ ਉਸ ਚੈਪਟਰ ਦੇ ਨਾਲ ਕਨੈਕਟ ਕਰ ਸਕੇ। ਤਾਂ ਉਹ ਸਾਰੀ ਪਲੈਨਿੰਗ ਇੱਕ ਟੀਚਰ ਨੂੰ ਕਰਨੀ ਪੈਂਦੀ ਹੈ ਪਹਿਲਾਂ। ਹਮਦਰਦੀ ਵਾਲਾ ਵਤੀਰਾ, ਮਤਲਬ ਜਿਹੜਾ ਹੁਣ ਬੱਚਿਆਂ ਦੇ ਨਾਲ ਇੱਕ ਟੀਚਰ ਦਾ ਰਿਲੇਸ਼ਨ ਹੁੰਦਾ ਹੈਗਾ ਉਹ ਕਿਸ ਤਰੀਕੇ ਦਾ ਹੋਵੇ ਕਿ ਉਹਨੂੰ ਪਤਾ ਹੋਣਾ ਚਾਹੀਦਾ ਹੈਗਾ ਕਿ ਉਹ ਬੱਚਿਆਂ ਦੇ ਨਾਲ ਹਮਦਰਦੀ ਨਾਲ ਪੇਸ਼ ਆਵੇ ਜਾਂ ਕਿਸੇ ਟਾਈਮ ਦੇ ਉੱਪਰ ਉਹਨਾਂ ਨੂੰ ਪਿਆਰ ਦੇ ਨਾਲ ਸਮਝਾਵੇ, ਜੋ ਵੀ ਕੰਮ ਹੈ ਉਹ ਕਿਸ ਤਰੀਕੇ ਦੇ ਨਾਲ ਕਰੇ ਉਹ ਸਾਰਾ ਕੁਝ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ। ਨੈਕਸਟ ਪੁਆਇੰਟ ਹੈ ਵਿਰਸਾ ਤੇ ਵਾਤਾਵਰਨ। ਹੁਣ ਜਿਹੜਾ ਵਿਰਸਾ ਤੇ ਵਾਤਾਵਰਨ ਹੁੰਦਾ ਇਹ ਦੋਨੋਂ ਚੀਜ਼ਾਂ ਇੱਕ ਹੈਰੀਡਿਟੀ ਜਾਂ ਇਨਵਾਇਰਮੈਂਟ ਹੈ, ਇਹ ਦੋਨੋਂ ਚੀਜ਼ਾਂ ਵੀ ਬੱਚੇ ਦੇ ਵਿਵਹਾਰ ਦੇ ਉੱਪਰ ਬਹੁਤ ਜ਼ਿਆਦਾ
ਅਸਰ ਕਰਦੀਆਂ ਹੈਗੀਆਂ, ਜਿਹੜੀਆਂ ਕਿ ਆਪਣੀ ਸਿੱਖਿਆ ਪ੍ਰਣਾਲੀ ਦੇ ਵਿੱਚ ਵੀ ਬੱਚੇ ਨੂੰ ਅੱਗੇ ਵਧਣ ਵਿੱਚ ਹੈਲਪ ਕਰਦੀਆਂ। ਅਗਰ ਬੱਚੇ ਦਾ ਜੋ ਪੈਰੈਂਟਸ ਸੀ ਉਹਨਾਂ ਨੂੰ ਉਹਨਾਂ ਦੀ ਹੈਰੀਡਿਟੀ ਦੇ ਵਿੱਚ ਅੱਛੇ ਗੁਣ ਮਿਲੇ ਹੋਏ ਆ, ਅੱਛਾ ਇਨਵਾਇਰਨਮੈਂਟ ਮਿਲਿਆ, ਤਾਂ ਉਹ ਸਾਰੀਆਂ ਚੀਜ਼ਾਂ ਉਹਨੂੰ ਸਿੱਖਿਆ ਪ੍ਰਣਾਲੀ ਵਿੱਚ ਅੱਗੇ ਵਧਣ ਵਿੱਚ ਹੈਲਪ ਕਰਨਗੀਆਂ। ਉਸਨੂੰ ਸਿੱਖਿਆ ਜੋ ਐਜੂਕੇਸ਼ਨ ਹੈ ਉਹ ਵਧੀਆ ਤਰੀਕੇ ਦੀ ਆਊਗੀ, ਉਹਦਾ ਜੋ ਬੁੱਧੀ ਹੈ ਉਹ ਵਧੀਆ ਹੋਏਗੀ, ਵਧੀਆ ਤਰੀਕੇ ਦੀ ਹੋਏਗੀ। ਇਸ ਤੋਂ ਬਾਅਦ ਹੈ ਵਿਅਕਤੀਗਤ ਭਿੰਨਤਾ। ਵਿਅਕਤੀਗਤ ਭਿੰਨਤਾ ਦੇ ਮਤਲਬ ਕੀ ਹੋਏਗਾ ਕਿ ਹੁਣ ਹਰ ਇੱਕ ਬੱਚੇ ਦਾ ਜਿਹੜਾ ਵਾਧਾ ਤੇ ਵਿਕਾਸ ਹੈ ਉਹ ਇੱਕੋ ਜਿਹੀ ਗਤੀ ਨਾਲ ਨਹੀਂ ਹੁੰਦਾਗਾ, ਠੀਕ ਹੈ। ਤਾਂ ਫਿਰ ਇੱਕ ਜੋ ਟੀਚਰ ਹੈ ਉਸਨੇ ਆਪਦੀ ਸਟੱਡੀ ਦੇ ਵਿੱਚ ਕੀ ਪੜ੍ਹਾਉਣਾ ਹੈ, ਕਿਵੇਂ ਪੜ੍ਹਾਉਣਾ ਹੈ, ਉਹਨੂੰ ਸਾਰੇ ਬੱਚਿਆਂ ਬਾਰੇ ਪਤਾ ਹੋਣਾ ਚਾਹੀਦਾ ਹੈ। ਹੁਣ ਕਲਾਸ ਦੇ ਵਿੱਚ ਸੇਮ ਰੇਟ ਦੇ ਨਾਲ ਸਿੱਖਣ ਵਾਲੇ ਬੱਚੇ ਤਾਂ ਨਹੀਂ ਹੁੰਦੇ, ਕਈਆਂ ਦੀ ਬੁੱਧੀ ਥੋੜੀ ਜਿਹੀ ਸ਼ਾਰਪ ਹੁੰਦੀ ਹੈ ਕਿ ਟੀਚਰ ਦੇ ਇੱਕ ਵਾਰ ਸਮਝਾਏ ਨਾਲ ਹੀ ਸਮਝ ਆ ਜਾਂਦੀ ਹੈ। ਕਈ ਬੱਚੇ ਐਵੇਂ ਦੇ ਵੀ ਹੁੰਦੇ ਆ ਕਿ ਇੱਕ ਕੁਐਸਚਨ ਨੂੰ ਸਮਝਣ ਵਾਸਤੇ ਟੀਚਰ ਨੂੰ 2-3 ਐਗਜ਼ਾਮਪਲਸ ਦੇਣੀਆਂ ਪੈਂਦੀਆਂ ਤਾਂ ਕਿ ਉਹਨਾਂ ਨੂੰ ਚਲੋ ਕੋਈ ਵੀ ਕਿਸੇ ਐਗਜ਼ਾਮਪਲ ਨਾਲ ਕੋਰੀਲੇਟ ਕਰ ਸਕਣ। ਤਾਂ ਟੀਚਰਸ ਨੂੰ ਪਤਾ ਹੋਣਾ ਚਾਹੀਦਾ ਕਿ ਉਹਨਾਂ ਦੀ ਕਲਾਸ ਦੇ ਵਿੱਚ ਕਿਸ ਤਰੀਕੇ ਦੇ ਬੱਚੇ ਬੈਠੇ ਹੈਗੇ ਆ, ਤੇ ਉਹ ਸਾਰੇ ਬੱਚਿਆਂ ਨੂੰ ਹੀ ਇੱਕਸਾਰ ਲੈ ਕੇ ਚੱਲਣਾ ਹੈ। ਤਾਂ ਉਹਨਾਂ ਨੂੰ ਅਲੱਗ-ਅਲੱਗ ਤਰੀਕੇ, ਉਹਨਾਂ ਨੂੰ ਅਲੱਗ-ਅਲੱਗ ਵੇਜ਼ ਆਉਣੇ ਚਾਹੀਦੇ ਹੈ, ਕਿਉਂਕਿ ਸਾਰੇ ਬੱਚਿਆਂ ਦੀ ਜੋ ਸਿੱਖਣ ਦੀ ਸ਼ਮਤਾ ਹੁੰਦੀ ਹੈ ਉਹ ਸੇਮ ਨਹੀਂ ਹੁੰਦੀ ਗੀ। ਨੈਕਸਟ ਪੁਆਇੰਟ ਹੈ ਆਪਣੇ ਕੋਲ ਵਿਵਹਾਰ ਦੀ ਬਣਤਰ ਦਾ ਅਧਿਐਨ। ਵਿਵਹਾਰ ਦੀ ਬਣਤਰ ਦਾ ਅਧਿਐਨ ਬੱਚੇ ਦੇ ਕਾਰਨ ਵਿਕਾਸ ਦੇ ਕਾਰਨ ਬੱਚਿਆਂ ਦੇ ਅੰਦਰ ਅਲੱਗ-ਅਲੱਗ ਵਿਵਹਾਰ ਪੈਦਾ ਹੋ ਜਾਂਦੇ ਨੇ। ਇਸ ਲਈ ਬੱਚੇ ਦੇ ਜਨਮ ਤੋਂ ਲੈ ਕੇ ਸਕੂਲ ਛੱਡਣ ਤੱਕ ਉਸਦੇ ਵਿਵਹਾਰ ਦੀ ਬਣਤਰ ਦਾ ਅਧਿਐਨ ਕੀਤਾ ਜਾਂਦਾ ਹੈ। ਹੁਣ ਜਿਹੜਾ ਵਿਵਹਾਰ ਹੁੰਦਾ ਹੈਗਾ ਉਹ ਛੋਟੇ ਬੱਚੇ ਦੇ ਵਿੱਚ ਟੀਚਰਸ ਨੂੰ ਦਿਖਣ ਲੱਗ ਜਾਂਦਾ ਹੈ ਕਿ ਕਿਹੋ ਜਿਹਾ ਵਿਵਹਾਰ ਹੈਗਾ ਇਹਦਾ ਸਟੱਡੀ ਨੂੰ ਲੈ ਕੇ ਜਾਂ ਆਪਦੇ ਫਰੈਂਡਸ ਨੂੰ ਲੈ ਕੇ, ਜੋ ਵੀ ਹੈ ਉਹ ਸਾਰਾ ਇੱਕ ਟੀਚਰ ਰਿਕਾਰਡ ਕਰਦਾ ਰਹਿੰਦਾ ਹੈਗਾ। ਉਸਨੂੰ ਪਤਾ ਲੱਗਦਾ ਰਹਿੰਦਾ ਹੈਗਾ ਕਿ ਜੋ ਬੱਚੇ ਦਾ ਵਿਵਹਾਰ ਹੈ ਪਹਿਲਾਂ ਕਿਹੋ ਜਿਹਾ ਸੀ, ਜਾਂ ਉਹਦੇ ਵਿਕਾਸ ਦੇ ਨਾਲ ਨਾਲ ਉਹਦੇ ਵਿੱਚ ਕੀ ਪਰਿਵਰਤਨ ਆ ਰਹੇ ਹੈ, ਉਹਨੂੰ ਕਿਸੇ ਤਰੀਕੇ ਦਾ ਕੋਈ ਮਾਨਸਿਕ ਤਣਾਅ ਪੈਦਾ ਤਾਂ ਨਹੀਂ ਹੋ ਰਿਹਾ। ਇਹਨਾਂ ਸਾਰੀਆਂ ਚੀਜ਼ਾਂ ਦਾ ਵੀ ਜੋ ਟੀਚਰ ਹੈ ਉਹ ਇੱਕ ਧਿਆਨ ਰੱਖਦਾ ਹੈਗਾ, ਤਾਂ ਕਿ ਉਹ ਸਮੇਂ-ਸਮੇਂ ਦੇ ਉੱਪਰ ਜਿਹੜੇ ਮਾਪਿਆਂ ਦੇ ਨਾਲ ਕੋਈ ਨਾ ਕੋਈ ਗੱਲਬਾਤ ਕਰ ਸਕਣ, ਤਾਂ ਕਿ ਅਗਰ ਕੋਈ ਉਹਨਾਂ ਨੂੰ ਫੀਲ ਹੁੰਦਾ ਕਿ ਬੱਚੇ ਨੂੰ ਤਣਾਅ ਹੈ ਤਾਂ ਉਹਨਾਂ ਤਣਾਅ ਨੂੰ ਘਟਾਇਆ ਜਾ ਸਕਦਾ ਹੈ ਆਪਸੀ ਗੱਲਬਾਤ ਕਰਕੇ। ਤਾਂ ਫਿਰ ਜੋ ਬਿਹੇਵੀਅਰ ਦੀ ਜੋ ਸਟੱਡੀ ਹੁੰਦੀ ਹੈ ਉਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈਗੀ। ਨੈਕਸਟ ਹੈ ਬਚਪਨ ਨੂੰ ਜਾਣਨਾ। ਇਹ ਨਿਯਮ ਮਾਪਿਆਂ ਅਤੇ ਅਧਿਆਪਕਾਂ ਨੂੰ ਬਚਪਨ ਦੇ ਬਾਰੇ ਜਾਣਨ ਦੀ ਮਹੱਤਤਾ ਬਾਰੇ ਦੱਸਦੇ ਹਨ, ਤਾਂ ਜੋ ਆਪਣੇ ਭਾਵਨਾਤਮਕ ਅਤੇ ਸਮਾਜਿਕ ਅਨੁਭਵਾਂ ਦੇ ਤਜਰਬੇ ਬੱਚਿਆਂ ਦੇ ਜੀਵਨ ਵਿੱਚ ਢਾਲਣ ਸਕਣ। ਮਤਲਬ ਕੀ ਹੋਇਆ ਹੁਣ ਇਸ ਦੇ ਵਿੱਚ ਕਿ ਜੋ ਬਚਪਨ ਹੈਗਾ ਬੱਚਿਆਂ ਦਾ, ਉਹਦੇ ਵਿੱਚ ਕੀ ਹੈਗਾ, ਟਾਈਮ ਟੂ ਟਾਈਮ ਉਹਨਾਂ ਦੇ ਵਿੱਚ ਕੁਛ ਨਾ ਕੁਛ ਇਮੋਸ਼ਨਲ, ਕੁਛ ਨਾ ਕੁਛ ਸੋਸ਼ਲੀ ਚੇਂਜ ਆਉਂਦੇ ਰਹਿੰਦੇ ਹੈ। ਪਰ ਜੇ ਆਹੀ ਸਭ ਨੂੰ ਮਾਂ ਪਿਓ ਜਾਣਦੇ ਹੈ, ਟੀਚਰਸ ਜਾਣਦੇ ਆ, ਸਭ ਨੂੰ ਪਤਾ ਹੈ ਕਿ ਇਹ ਸਾਰੇ ਚੇਂਜਸ ਬੱਚੇ ਦੇ ਵਿੱਚ ਆਉਂਦੇ ਹੈ, ਤਾਂ ਉਹਨਾਂ ਨੂੰ ਉਵੇਂ ਦੀਆਂ ਐਗਜ਼ਾਮਪਲਸ ਦੇ ਕੇ ਬੱਚਿਆਂ ਨੂੰ ਸਮਝਾ ਸਕਦੇ ਆ ਕਿ ਇਹ ਇੱਕ ਨੋਰਮਲ ਚੀਜ਼ ਹੈ, ਠੀਕ ਹੈ, ਇਸ ਤੋਂ ਆਪਾਂ ਜ਼ਿਆਦਾ ਪੈਨਿਕ ਨਹੀਂ ਹੋਣਾਗਾ। ਤਾਂ ਫਿਰ ਉਹ ਸਮਝ ਜਾਂਦੇ ਆ ਬੱਚੇ। ਪਰ ਬੱਚਿਆਂ ਨੂੰ ਸਮਝਣ ਤੋਂ ਪਹਿਲਾਂ ਟੀਚਰਸ ਨੂੰ, ਪੈਰੈਂਟਸ ਨੂੰ ਵੀ ਥੋੜ੍ਹਾ ਜਿਹਾ ਕੋਆਪਰੇਟ ਕਰਨਾ ਪੈਂਦਾ ਬੱਚਿਆਂ ਨਾਲ, ਕਿ ਉਹ ਕਿਸ ਤਰੀਕੇ ਦੇ ਮਾਨਸਿਕ ਤਣਾਅ ਦੇ ਵਿੱਚ ਤਾਂ ਨਹੀਂ ਹੈਗੇ, ਤਾਂ ਕਿ ਉਹਨਾਂ ਦੀ ਹੈਲਪ ਕਰ ਸਕਣ। ਨੈਕਸਟ ਹੈ ਬੱਚੇ ਨੂੰ ਸਮਝਣਾ। ਉਹ ਵੀ ਸੇਮ ਪੁਆਇੰਟ ਹੀ ਆ ਗਿਆ। ਦੇਖੋ ਹੁਣ ਆਪਣਾ ਵਿਅਕਤੀਗਤ ਭਿੰਨਤਾ ਦੀ ਮਨੋਵਿਗਿਆਨਤਾ ਮਹੱਤਤਾ ਇਹ ਹੈ ਕਿ ਹਰ ਬੱਚਾ ਕਿਸੇ ਵਿਦਿਅਕ ਕਿਰਿਆ ਦੇ ਲਈ ਭਿੰਨ-ਭਿੰਨ ਸਮੇਂ ਤੇ ਤਿਆਰ ਹੁੰਦਾ ਹੈ। ਜਿਹੜਾ ਵਾਧਾ ਤੇ ਵਿਕਾਸ ਹੈ ਉਹ ਬੱਚੇ ਦਾ ਸੇਮ ਨਹੀਂ ਹੁੰਦਾਗਾ। ਸਮਟਾਈਮਸ ਕੀ ਹੁੰਦਾ, ਬੱਚੇ ਦਾ ਇੰਟਰਸਟ ਕਿਸੇ ਐਕਟੀਵਿਟੀ ਵਿੱਚ ਹੁੰਦਾ ਹੈਗਾ, ਕਿਸੇ ਬੱਚੇ ਦਾ ਕਿਸੇ ਐਕਟੀਵਿਟੀ ਵਿੱਚ ਹੁੰਦਾ ਹੈ। ਹੁਣ ਅਗਰ ਆਪਾਂ ਸਾਰੇ ਬੱਚਿਆਂ ਦੇ ਲਈ ਹੀ ਸੇਮ ਪ੍ਰਬੰਧ ਕਰੀਏ, ਸੇਮ ਟਾਈਮ ਤੇ ਪ੍ਰਬੰਧ ਕਰੀਏ, ਤਾਂ ਫਿਰ ਉਹ ਕੋਈ ਫਾਇਦਾ ਨਹੀਂ ਹੋਊਗਾ। ਟਾਈਮ ਟੂ ਟਾਈਮ ਐਕਟੀਵਿਟੀਜ਼ ਆਪਾਂ ਨੂੰ ਅਲੱਗ-ਅਲੱਗ ਬੱਚਿਆਂ ਦੇ ਲਈ ਅਲੱਗ-ਅਲੱਗ ਤਰੀਕੇ ਦੀਆਂ ਕਰਵਾਉਣੀਆਂ ਚਾਹੀਦੀਆਂ, ਤਾਂ ਕਿ ਆਪਾਂ ਉਹਨਾਂ ਦੀਆਂ ਮਾਨਸਿਕ, ਭਾਵਨਾਤਮਿਕ, ਸਰੀਰਕ ਲੋੜਾਂ ਨੂੰ ਸਮਝ ਸਕੀਏ ਤੇ ਉਹਨਾਂ ਦੇ ਅਕੋਰਡਿੰਗ ਉਹਨਾਂ ਦੀਆਂ ਜੋ ਮੰਗਾਂ ਹੈਗੀਆਂ, ਉਹਨਾਂ ਦੇ ਲੋੜਾਂ ਹੈਗੀਆਂ, ਆਪਾਂ ਉਹਨਾਂ ਨੂੰ ਪੂਰਾ ਕਰ ਸਕੀਏ। ਨੈਕਸਟ ਪੁਆਇੰਟ ਹੈ ਜੀ ਲੋੜਾਂ ਤੇ ਮੰਗਾਂ। ਦੇਖੋ ਸੇਮ ਪੁਆਇੰਟ ਫਿਰ ਤੋਂ ਹੀ ਆ ਗਿਆ, ਠੀਕ ਹੈ ਜੀ। ਇਹ ਸਾਰੇ ਪੁਆਇੰਟ ਇੱਕ ਦੂਜੇ ਦੇ ਨਾਲ ਹੀ ਕੋਰੀਲੇਟ ਕਰਦੇ ਨੇਗੇ। ਨੈਕਸਟ ਪੁਆਇੰਟ ਹੈ ਆਪਣੇ ਇਹਦੇ ਵਿੱਚ ਯੋਗ ਸਿਖਲਾਈ। ਹੁਣ ਇਸ ਦੇ ਵਿੱਚ ਕੀ ਹੈਗੀ ਹੈ ਕਿ ਆਪਣੇ ਕੋਲ ਜਿਹੜੀ ਟ੍ਰੇਨਿੰਗ ਹੁੰਦੀ ਹੈਗੀ ਉਹ ਕਿਸ ਤਰੀਕੇ ਦੀ ਦਿੱਤੀ ਜਾਵੇ ਬੱਚੇ ਨੂੰ, ਠੀਕ ਹੈ, ਤਾਂ ਕਿ ਉਹ ਜਿਵੇਂ ਕਿ ਤੁਰਨਾ, ਬੋਲਣਾ, ਸਿੱਖਣਾ ਸਾਰਾ ਕੁਝ ਕਰ ਸਕੇ। ਪਰ ਇਹ ਵੀ ਸਾਰਾ ਕੁਝ ਇੱਕ ਸੀਕੁਐਂਸ ਦੇ ਵਿੱਚ ਹੀ ਚੱਲਦਾ ਹੈ। ਆਪਾਂ ਬੱਚੇ ਨੂੰ ਪਹਿਲਾਂ ਹੀ ਨਹੀਂ ਲਿਖਣਾ ਸਿਖਾ ਸਕਦੇ, ਠੀਕ ਹੈ। ਪਹਿਲਾਂ ਬੱਚਾ ਧਿਆਨ ਨਾਲ ਸੁਣਦਾ ਹੈ, ਉਸਨੂੰ ਬੋਲਦਾ ਹੈ,
ठीक है। फिर जाके वो कितने पढ़ना लिखना सिੱਖਦਾ है। मतलब एक ट्रेनिंग ਹੁੰਦੀ ਹੈ जो कि टीचर्स ਨੂੰ पेरेंट्स ਨੂੰ ਆਣੀ ਚਾਹੀਦੀ ਹੈ ਤਾਂ ਹੀ ਉਹ ਬੱਚੇ ਨੂੰ ਪ੍ਰੋਪਰ ਵੇ ਦੇ ਨਾਲ ਦੇ ਸਕਣਗੇ। ਉਚਿਤ ਵਿਦਿਅਕ ਤਜਰਬੇ ਵਾਧੇ ਤੇ ਵਿਕਾਸ ਦੇ ਭਿੰਨ-ਭਿੰਨ ਪੜਾਵਾਂ ਦੀ ਜਾਣਕਾਰੀ ਅਧਿਆਪਕ ਨੂੰ ਜਮਾਤ ਦੇ ਵਿਦਿਅਕ ਤਜਰਬਿਆਂ ਨੂੰ ਸਹੀ ਢੰਗ ਨਾਲ ਲਾਗੂ ਕਰਨਾ ਬੱਚਿਆਂ ਦੀ ਉਮਰ ਤੇ ਯੋਗਤਾ ਅਨੁਸਾਰ ਚੁਣਨ ਵਿੱਚ ਸਹਾਈ ਹੁੰਦੀ ਹੈ। ਤਾਂ ਮਤਲਬ ਕੀ ਹੋਇਆ, ਹੁਣ ਬੱਚਿਆਂ ਦੀ ਉਮਰ ਕਿਵੇਂ ਦੀ ਹੈਗੀ ਹੈ, ਉਹਨਾਂ ਦੀ ਯੋਗਤਾ ਕਿਹੋ ਜਿਹੀ ਹੈਗੀ ਹੈ, ਆਪਾਂ ਉਹਨਾਂ ਦੇ ਅਕੋਰਡਿੰਗ ਹੀ ਕੁਛ ਨਾ ਕੁਛ ਜੋ ਐਕਟੀਵਿਟੀਜ਼ ਹੈਗੀਆਂ ਉਹਨਾਂ ਨੂੰ ਚੁਣਦੇ ਆਂਗੇ। ਹੁਣ ਦੇਖੋ ਅਗਰ ਬੱਚਾ ਥੋੜ੍ਹਾ ਜਿਹਾ ਵੀਕ ਹੈਗਾ ਗਾ, ਠੀਕ ਹੈ, ਤੇ ਉਸ ਨੂੰ ਆਪਾਂ ਕੀ ਕਰ ਰਹੇ ਹਾਂ, ਥੋੜ੍ਹੀ ਜਿਹੀ ਜ਼ਿਆਦਾ ਟਫ ਐਕਟੀਵਿਟੀ ਦੇ ਰਹੇ ਹਾਂ, ਉਹਨਾਂ ਤਾਂ ਬੱਚੇ ਨੂੰ ਸਮਝ ਆਊਗੀ ਨਾ ਉਹ ਕਰਨ ਵਿੱਚ ਕੋਈ ਇੰਟਰਸਟ ਦਿਖਾਏਗਾ। ਤਾਂ ਆਪਾਂ ਨੂੰ ਕੀ ਹੋਣਾ ਚਾਹੀਦਾ ਕਿ ਚਲੋ ਅਗਰ ਬੱਚਾ ਵੀਕ ਵੀ ਹੈ ਤਾਂ ਵੀ ਆਪਾਂ ਕੀ ਕਰਨਾ ਹੈਗਾ, ਉਸ ਨੂੰ ਪਹਿਲਾਂ ਥੋੜ੍ਹਾ ਜਿਹਾ ਲੋ ਲੈਵਲ ਦੀਆਂ ਐਕਟੀਵਿਟੀਆਂ ਤੋਂ ਸਿਖਾ ਕੇ ਆਪਾਂ ਉਸ ਦਾ ਜੋ ਲੈਵਲ ਹੈ ਉਸ ਨੂੰ ਹਾਈ ਕਰਨਾ ਹੈ। ਐਵੇਂ ਅਗਰ ਸੇਮ ਇੱਕ ਬੱਚਾ ਇੰਟੈਲੀਜੈਂਟ ਹੈ, ਉਹਨੂੰ ਸਭ ਕੁਛ ਆਉਂਦਾ ਹੈ, ਉਹਨੂੰ ਫਿਰ ਵੀ ਆਪਾਂ ਬਾਰ-ਬਾਰ ਉਹੀ ਐਕਟੀਵਿਟੀ ਕਰਨ ਲਈ ਕਹਿ ਰਹੇ ਹਾਂ ਤਾਂ ਬੱਚਾ ਬੋਰ ਹੋਊਗਾ, ਉਹਨੂੰ ਸਿੱਖਣ ਵਾਸਤੇ ਕੁਛ ਨਹੀਂ ਮਿਲੂਗਾ। ਤਾਂ ਇੱਕ ਟੀਚਰ ਨੂੰ ਪਤਾ ਹੋਣਾ ਚਾਹੀਦਾ ਕਿ ਉਸਦੀ ਕਲਾਸ ਦੇ ਵਿੱਚ, ਉਸਦੀ ਜਮਾਤ ਵਿੱਚ ਬੱਚੇ ਕਿਵੇਂ ਦੇ ਬੈਠੇ ਹੈਗੇ ਹੈ, ਉਹਨਾਂ ਦੀ ਉਮਰ ਕਿੰਨੀ ਕੁ ਹੈ, ਉਹਨਾਂ ਦੀ ਕਲਾਸ ਕਿਹੜੀ ਹੈ ਤੇ ਉਹਨਾਂ ਦੇ ਵਿੱਚ ਯੋਗਤਾ ਕਿੰਨੀ ਕੁ ਹੈ। ਉਸੇ ਤਰ੍ਹਾਂ ਦੀਆਂ ਹੀ ਉਹਨਾਂ ਨੂੰ ਜੋ ਐਕਟੀਵਿਟੀਜ਼ ਹੈਗੀਆਂ ਉਹ ਚੁਣਨੀਆਂ ਚਾਹੀਦੀਆਂ ਹੈਗੀਆਂ। ਨੈਕਸਟ ਹੈ ਉਚਿਤ ਜਮਾਤ ਕਿਰਿਆਵਾਂ ਦੀ ਚੋਣ। ਹੁਣ ਇਸ ਦੇ ਵਿੱਚ ਕੀ ਹੁੰਦਾ ਹੈਗਾ ਕਿ ਆਪਾਂ ਬੱਚੇ ਦੇ ਵਿਕਾਸ ਦੇ ਪੱਧਰ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਆਪਾਂ ਉਹਨਾਂ ਦੀ ਜਮਾਤ ਦੀਆਂ ਕਿਰਿਆਵਾਂ ਦੀ ਚੋਣ ਕਰਦੇ ਹਾਂ। ਸੇਮ ਦੇਖੋ ਉਹੀ ਪੁਆਇੰਟ ਫਿਰ ਤੋਂ ਆ ਗਿਆ ਆਪਣੇ ਕੋਲ ਕਿ ਬੱਚਾ ਕਿਹੜੀ ਕਲਾਸ ਦੇ ਵਿੱਚ ਹੈ, ਆਪਾਂ ਉਹਨਾਂ ਦੀ ਕਲਾਸ ਦੇ ਅਕੋਰਡਿੰਗ ਹੀ ਉਹਨਾਂ ਨੂੰ ਆਪਾਂ ਐਕਟੀਵਿਟੀਜ਼ ਕਰਵਾਉਣੀ ਹੈਗੀਆਂ। ਹੁਣ ਬੱਚਾ ਅਗਰ ਫਸਟ ਸੈਕਿੰਡ ਕਲਾਸ ਵਾਲਾ ਹੈ ਤਾਂ ਆਪਾਂ ਉਸਨੂੰ ਛੋਟੀਆਂ ਐਕਟੀਵਿਟੀਜ਼, ਕੁਝ ਫਰੂਟਸ ਨੇਮ ਦੀਆਂ, ਵੈਜੀਟੇਬਲ ਨੇਮ ਦੀਆਂ, ਇਹ ਸਾਰੀਆਂ ਕਰਵਾਉਣੀ ਹੈਗੀਆਂ। ਠੀਕ ਹੈ। ਅਗਰ ਬੱਚਾ 7th 8th ਵਿੱਚ ਹੋ ਜਾਂਦਾ ਹੈ ਤਾਂ ਆਪਾਂ ਉਸ ਨੂੰ ਥੋੜ੍ਹੀ ਜਿਹੀ ਵੱਡੀਆਂ ਐਕਟੀਵਿਟੀ ਕਰਵਾਉਣ ਲੱਗ ਜਾਂਦੇ ਹਾਂ। ਕੁਛ ਸੋਲਰ ਸਿਸਟਮ ਬਾਰੇ ਸਮਝਾਤਾ, ਜਿਵੇਂ ਕਿ ਕੁਛ ਪੋਲਿਊਸ਼ਨ ਦੇ ਬਾਰੇ ਸਮਝਾਤਾ। ਹੁਣ ਇਹੀ ਅਗਰ ਆਪਾਂ ਸੋਲਰ ਸਿਸਟਮ ਜਾਂ ਪੋਲਿਊਸ਼ਨ ਆਪਾਂ ਫਸਟ ਸੈਕਿੰਡ ਕਲਾਸ ਦੇ ਬੱਚੇ ਨੂੰ ਸਮਝਾਵਾਂਗੇ ਤਾਂ ਫਿਰ ਉਹਨੂੰ ਕੀ ਸਮਝ ਆਊਗਾ। ਠੀਕ ਹੈ। ਤਾਂ ਬੱਚੇ ਨੂੰ, ਇੱਕ ਟੀਚਰ ਨੂੰ ਪਤਾ ਹੋਣਾ ਚਾਹੀਦਾ ਕਿ ਐਕਟੀਵਿਟੀ ਕਿਹੜੀ ਕਲਾਸ ਦੇ ਲਈ ਹੈ, ਕਿਵੇਂ ਦੇ ਬੱਚਿਆਂ ਦੇ ਲਈ ਹੈ, ਫਿਰ ਹੀ ਉਹ ਪ੍ਰੋਪਰ ਵੇ ਦੇ ਨਾਲ ਕੰਮ ਕਰੂਗੀ ਉਹਨਾਂ ਬੱਚਿਆਂ ਦੇ ਉੱਪਰ। ਨੈਕਸਟ ਹੈ ਸਰੀਰਕ ਕਿਰਿਆਵਾਂ ਦਾ ਪ੍ਰਬੰਧ। ਜੇਕਰ ਅਧਿਆਪਕ ਨੂੰ ਬੱਚੇ ਦੇ ਸਰੀਰ ਵਿਕਾਸ ਦੇ ਪੱਧਰਾਂ ਦੀ ਜਾਣਕਾਰੀ ਹੋਵੇਗੀ ਤਾਂ ਉਹਨਾਂ ਦੇ ਲਈ ਉਹਨਾਂ ਦੀ ਉਮਰ ਦੇ ਅਨੁਸਾਰ ਖੇਡ ਕਿਰਿਆਵਾਂ ਦੀ ਚੋਣ ਕਰੇਗਾ। ਸਰੀਰਕ ਕਿਰਿਆਵਾਂ ਦੇ ਵਿੱਚ ਆ ਗਿਆ ਆਪਣੀਆਂ ਖੇਡ ਕਿਰਿਆਵਾਂ। ਤਾਂ ਟੀਚਰਸ ਕੀ ਕਰਦੇ ਹੈਗੇ ਆਪਣੇ ਜੋ ਇੱਕ ਗੇਮ ਪੀਰੀਅਡ ਹੁੰਦੇ ਆ ਜਿਵੇਂ ਕਿ ਹੈ ਨਾ, ਤਾਂ ਉਹ ਗੇਮ ਪੀਰੀਅਡ ਦੇ ਵਿੱਚ ਕੀ ਕਰਦੇ ਹੈਗੇ, ਜਿਹੜੇ ਟੀਚਰਸ ਹੁੰਦੇ ਆ ਫਿਜ਼ੀਕਲ ਐਜੂਕੇਸ਼ਨ ਵਾਲੇ, ਉਹ ਕਲਾਸ ਬਾਈ ਕਲਾਸ ਉਹਨਾਂ ਨੂੰ ਸਿਖਾਉਂਦੇ ਹੈਗੇ ਆ। ਜਿਵੇਂ ਕਿ ਛੋਟੇ ਬੱਚੇ ਹੁੰਦੇ ਆ ਫਸਟ ਸੈਕਿੰਡ ਕਲਾਸ ਵਾਲੇ, ਉਹਨਾਂ ਦਾ ਛੋਟੀਆਂ ਐਕਟੀਵਿਟੀਜ਼ ਹੀ ਕਰਵਾਉਂਦੇ ਆ, ਜਿਵੇਂ ਕਿ ਮਤਲਬ ਹਾਈਡ ਐਂਡ ਸੀਕ ਖਿਲਾ ਲਿਆ, ਠੀਕ ਹੈ, ਥੋੜਾ ਬਹੁਤ ਰੇਸ ਕਰਵਾ ਲਈ, ਤਾਂ ਕਿ ਉਹਨਾਂ ਦੇ ਵਿੱਚ ਜੋ ਮਸਲਸ ਹੈਗੇ ਉਹ ਥੋੜੇ ਸਟਰੋਂਗ ਹੋ ਜਾਣ। ਠੀਕ ਹੈ। ਫਿਰ ਉਸੇ ਤਰੀਕੇ ਦੇ ਨਾਲ ਮਤਲਬ ਜਿਵੇਂ ਬੱਚਾ ਵੱਡਾ ਹੋਈ ਜਾਂਦਾ ਹੈਗਾ, ਫਿਰ ਉਵੇਂ ਉਹਨਾਂ ਦੀ ਕ੍ਰਿਕਟ ਹੈ ਜਾਂ ਖੋ ਹੈ, ਜਿਸ ਵੀ ਬੱਚੇ ਦੇ ਵਿੱਚ ਇੰਟਰਸਟ ਹੈ ਉਹ ਉਹਨਾਂ ਗੇਮਸ ਵੱਲ ਉਹਨਾਂ ਨੂੰ ਲੈ ਕੇ ਜਾਂਦੇ ਹੈ। ਤਾਂ ਇਹ ਜਿਹੜੀਆਂ ਵੀ ਖੇਡ ਕਿਰਿਆਵਾਂ ਹੁੰਦੀਆਂ ਹੈਗੀਆਂ ਸਰੀਰਕ ਦੇ ਨਾਲ ਜੁੜੀਆਂ ਹੋਈਆਂ ਆਪਣੀਆਂ, ਉਹ ਸਾਰੀਆਂ ਬੱਚੇ ਦੀ ਏਜ ਦੇ ਅਕੋਰਡਿੰਗ ਹੀ ਕਰਵਾਈਆਂ ਜਾਂਦੀਆਂ ਹੈਗੀਆਂ। ਪ੍ਰੇਰਨਾ ਪ੍ਰਦਾਨ ਕਿਰਿਆ। ਵਿਕਾਸ ਦੇ ਸਿਧਾਂਤਾਂ ਤੋਂ ਜਾਣੂ ਅਧਿਆਪਕ ਇਹ ਜਾਣਦਾ ਹੈ ਕਿ ਵਿਦਿਆਰਥੀਆਂ ਨੂੰ ਵਿਕਾਸ ਲਈ ਪ੍ਰੇਰਨਾ ਕਦੋਂ ਪ੍ਰਦਾਨ ਕਰਨੀ ਹੈ, ਉਸ ਲਈ ਉਚਿਤ ਵਾਤਾਵਰਨ ਕਿਵੇਂ ਤਿਆਰ ਕਰਨਾ ਹੈ। ਤਾਂ ਅਗਰ ਬੱਚੇ ਨੂੰ ਆਪਾਂ ਮੋਟੀਵੇਸ਼ਨ ਦੇਣੀ ਹੈ ਤਾਂ ਮੋਟੀਵੇਸ਼ਨ ਦਾ ਵੀ ਕਹਿੰਦੇ ਇੱਕ ਸਹੀ ਇਨਵਾਇਰਮੈਂਟ ਹੋਣਾ ਚਾਹੀਦਾ ਹੈ ਤੇ ਉਹ ਇੱਕ ਸਹੀ ਟਾਈਮ ਹੋਣਾ ਚਾਹੀਦਾ ਹੈ ਕਿ ਜਦੋਂ ਬੱਚੇ ਨੂੰ ਮੋਟੀਵੇਸ਼ਨ ਦੀ ਜ਼ਰੂਰਤ ਹੈ, ਟੀਚਰ ਉਸ ਨੂੰ ਮੋਟੀਵੇਸ਼ਨ ਪ੍ਰੋਵਾਈਡ ਕਰੇ, ਕੁਛ ਐਗਜ਼ਾਮਪਲਸ ਲਵੇ, ਇੱਕ ਅੱਛਾ ਇਨਵਾਇਰਮੈਂਟ ਚੂਜ਼ ਕਰੇ ਜਿਸ ਦੇ ਵਿੱਚ ਜੋ ਬੱਚਾ ਹੈ ਉਹ ਮੋਟੀਵੇਟ ਵੀ ਹੋਈ ਜਾਵੇ ਤੇ ਬੱਚਾ ਜਿਹੜਾ ਬੋਰ ਵੀ ਨਾ ਫੀਲ ਕਰੇ ਕਿ ਆਪਾਂ ਉਹਨੂੰ ਹੀ ਸਮਝਾ ਰਹੇ ਹਾਂ। ਕਲਾਸ ਦੇ ਵਿੱਚ ਟਾਈਮ ਟੂ ਟਾਈਮ ਟੀਚਰਸ ਨੂੰ ਕੁਛ ਵੀ ਮੋਟੀਵੇਸ਼ਨਲ 1-2 ਸਪੀਚ ਦਿੰਦੇ ਰਹਿਣਾ ਚਾਹੀਦਾ, ਜਿਸ ਦੇ ਨਾਲ ਬੱਚਿਆਂ ਦਾ ਹੌਸਲਾ ਵੱਧਦਾ ਰਹੇ। ਸਰਵਪੱਖੀ ਵਿਕਾਸ ਦਾ ਮਤਲਬ ਹੁੰਦਾ ਹੈਗਾ ਆਲ ਰਾਊਂਡ ਡਿਵੈਲਪਮੈਂਟ। ਆਪਾਂ ਸਿਰਫ ਬੱਚਿਆਂ ਦੇ ਵਿੱਚ ਇੱਕ ਹੀ ਡਿਵੈਲਪਮੈਂਟ, ਕੋਈ ਸਮਾਜਿਕ, ਸਰੀਰਕ, ਮਾਨਸਿਕ, ਸਿਰਫ ਆਪਾਂ ਇੱਕ ਹੀ ਵਿਕਾਸ ਦੇ ਉੱਪਰ ਧਿਆਨ ਨਹੀਂ ਦੇਣਾ, ਬਲਕਿ ਟੀਚਰਸ ਦਾ ਕੰਮ ਹੁੰਦਾ ਹੈਗਾ ਬੱਚੇ ਦੇ ਹਰ ਇੱਕ ਪੱਖੋਂ ਉਸਦੀ ਪ੍ਰੋਪਰ ਵੇ ਦੇ ਨਾਲ ਡਿਵੈਲਪਮੈਂਟ ਹੋਵੇ। ਭਵਿੱਖ ਲਈ ਤਿਆਰ ਕਰਨਾ। ਹੁਣ ਬੱਚੇ ਨੂੰ ਆਪਾਂ ਭਵਿੱਖ ਲਈ ਵੀ ਤਿਆਰ ਕਰਦੇ ਹੈਗੀਆਂ ਤਾਂ ਵਾਧਾ ਤੇ ਜਿਹੜਾ ਵਿਕਾਸ ਹੈਗਾ ਗਾ ਉਹ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਕਿ ਜਿਹੜੇ ਪੇਰੈਂਟਸ ਹੈ, ਟੀਚਰਸ ਹੈ, ਉਹ ਬੱਚੇ ਦੇ ਅੱਜ ਦੇ ਪ੍ਰੈਜ਼ੈਂਟ ਦੇ ਉੱਪਰ ਫੋਕਸ ਕਰਨ ਤਾਂ ਕਿ ਉਹਨਾਂ ਦਾ ਆਉਣ ਵਾਲਾ ਜਿਹੜਾ ਫਿਊਚਰ ਹੈ ਉਹ ਬ੍ਰਾਈਟ ਹੋ ਸਕੇ। ਅਗਰ ਬੱਚੇ ਨੂੰ ਅੱਜ ਹੀ ਪ੍ਰੋਬਲਮਸ ਹੈ, ਉਹ ਆਪਣੀਆਂ ਪ੍ਰੋਬਲਮਸ ਨੂੰ ਲੈ ਕੇ ਹੀ ਅੱਗੇ ਵਧ ਰਿਹਾ ਹੈ ਤਾਂ ਫਿਰ ਉਹਦਾ ਆਉਣ ਵਾਲਾ ਫਿਊਚਰ ਵੀ ਪ੍ਰੋਬਲਮਸ ਭਰਿਆ ਹੀ ਹੋਊਗਾ। ਅਗਰ ਟਾਈਮ ਟੂ ਟਾਈਮ ਟੀਚਰਸ, ਪੇਰੈਂਟਸ ਮਿਲ ਕੇ ਬੱਚੇ ਦੀਆਂ ਸਾਰੀਆਂ ਪ੍ਰੋਬਲਮਸ ਨੂੰ ਹੱਲ ਕਰਦੇ ਰਹਿਣ, ਬੱਚਾ
ਆਲ ਰਾਊਂਡ ਡਿਵੈਲਪਮੈਂਟ ਹੁੰਦੀ ਰਹੇ ਤਾਂ ਬੱਚੇ ਦਾ ਜਿਹੜਾ ਫਿਊਚਰ ਹੈ ਉਹ ਬਹੁਤ ਬ੍ਰਾਈਟ ਹੋਏਗਾ। ਨੈਕਸਟ ਟੌਪਿਕ ਹੈ ਆਪਣਾ ਜੀਵਨ ਕਾਲ ਵਿੱਚ ਵਿਕਾਸ ਦੀ ਨਿਰੰਤਰਤਾ। ਹੁਣ ਇਸ ਦੇ ਵਿੱਚ ਆਪਾਂ ਨੂੰ ਕਹਿੰਦੇ ਵੀ ਜਿਹੜਾ ਵਿਕਾਸ ਹੈਗਾ ਉਹਦੇ ਵਿੱਚ ਕੀ ਹੈ ਵੀ ਜਿਹੜਾ ਵਿਅਕਤੀ ਹੈ ਆਪਣੇ ਜੀਵਨ ਕਾਲ ਦੇ ਵਿੱਚ ਵਾਧਾ ਅਨੁਕੂਲਤਾ ਹਾਸਿਲ ਕਰਦਾ ਹੈ, ਠੀਕ ਹੈ। ਉਹਦੀ ਲਾਈਫ ਦੇ ਵਿੱਚ ਕੁਛ ਨਾ ਕੁਛ ਤਾਂ ਹੁਣ ਵਾਧਾ ਵੀ ਹੁੰਦਾ ਹੈਗਾ, ਠੀਕ ਹੈ ਜੀ। ਹੁਣ ਜੋ ਵੀ ਵਾਧਾ ਹੁੰਦਾ ਉਹਦੇ ਨਾਲ ਕੀ ਹੈ ਉਹਦੇ ਜੋ ਲਾਈਫ ਹੈਗੀ ਉਹ ਕਿਸ ਤਰੀਕੇ ਦੀ ਚੱਲਦੀ ਹੈ ਉਹਦੇ ਬਾਰੇ ਗੱਲ ਕੀਤੀ ਹੋਈ ਹੈ। ਜਿਹੜਾ ਹੁਣ ਇਹ ਵਾਧਾ ਹੁੰਦਾ ਹੈ ਉਹ ਸਰੀਰਕ, ਸਮਾਜਿਕ, ਬੌਧਿਕ ਸਾਰੀਆਂ ਚੀਜ਼ਾਂ ਦੇ ਨਾਲ ਹੀ ਕੋਰਿਲੇਟ ਕਰਦਾ। ਆਪਾਂ ਉਸੇ ਚੀਜ਼ ਨੂੰ ਕੀ ਕਹਿੰਦੇ ਹਾਂ ਕਿ ਆਪਣਾ ਵਿਕਾਸ ਜੀਵਨ ਦਾ ਹੋ ਰਿਹਾ ਹੈਗਾ, ਡਿਵੈਲਪਮੈਂਟ ਹੋ ਰਹੀ ਹੈਗੀ, ਠੀਕ ਹੈ ਜੀ। ਹੋਰ ਡਿਵੈਲਪਮੈਂਟ ਬਾਰੇ ਆਪਾਂ ਆਲਰੇਡੀ ਪੜ੍ਹ ਚੁੱਕੇ ਸੀਗੇ ਕਿ ਇਹ ਆਪਣੇ ਗਰਭ ਅਵਸਥਾ ਦੇ ਵਿੱਚ ਹੀ ਸਟਾਰਟ ਹੋ ਜਾਂਦਾ, ਠੀਕ ਹੈ। ਅਤੇ ਉਸ ਤੋਂ ਬਾਅਦ ਫਿਰ ਇਹ ਜੀਵਨ ਦੇ ਮਤਲਬ ਅੰਤ ਤੱਕ ਚੱਲਦਾ ਰਹਿੰਦਾ ਹੈਗਾ। ਬਹੁਤ ਇੱਕ ਲੰਬੀ ਪ੍ਰਕਿਰਿਆ ਹੈ, ਠੀਕ ਹੈ, ਜੋ ਕਿ ਹਮੇਸ਼ਾ ਚਲਦੀ ਰਹਿੰਦੀ ਹੈਗੀ। ਹੁਣ ਇਸ ਦਾ ਕੀ ਹੈਗਾ ਵੀ ਜਿਵੇਂ ਜਿਵੇਂ ਆਪਣਾ ਟਾਈਮ ਗੁਜ਼ਰਦਾ ਹੈ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਪਰਿਵਰਤਨ ਆਉਂਦੇ ਹੈਗੇ ਹੈ, ਤਾਂ ਉਹ ਜਿਹੜੇ ਪਰਿਵਰਤਨ ਹੁੰਦੇ ਹੈ ਹੁਣ ਆਪਣੇ ਉਹਨਾਂ ਨੂੰ ਆਪਾਂ ਕੀ ਕਹਿ ਦਿੰਦੇ ਹਾਂ ਵਿਕਾਸ। ਹੁਣ ਪਰਿਵਰਤਨ ਆਉਂਦੇ ਆ ਉਹਦੇ ਨਾਲ ਕੀ ਹੈਗਾ ਹੁਣ ਆਪਣਾ ਕਹਿੰਦੇ ਉਮਰ ਦੇ ਵਧਣ ਦੇ ਨਾਲ ਸਰੀਰਕ ਅਤੇ ਗਿਆਤਮਿਕ ਸਮਰਥਾਵਾਂ ਵਿੱਚ ਗਿਰਾਵਟ ਦਾ ਵੀ ਅਨੁਭਵ ਹੁੰਦਾ ਹੈ। ਹੁਣ ਬੱਚਾ ਛੋਟਾ ਹੁੰਦਾ ਹੈਗਾ, ਹੌਲੀ ਹੌਲੀ ਵੱਡਾ ਹੋਈ ਜਾਂਦਾ ਹੈ, ਤਾਂ ਆਪਣੇ ਵਿੱਚ ਕੀ ਉਹ ਕੰਮ ਕਰਨ ਦੀ ਜਿਹੜੀ ਕੈਪੇਬਿਲਿਟੀ ਹੈ ਉਹ ਇੱਕ ਵਾਰੀ ਮੈਚੋਰਿਟੀ ਲੈਵਲ ਤੱਕ ਤਾਂ ਵੱਧਦੀ ਹੈ, ਪਰ ਉਸ ਤੋਂ ਬਾਅਦ ਜਿਵੇਂ ਜਿਵੇਂ ਆਪਾਂ ਆਫਟਰ 25-30 ਤੋਂ ਬਾਅਦ ਆਪਣੇ 'ਚ ਕੀ ਹੈ ਉਹ ਕੰਮ ਕਰਨ ਦੀ ਜੋ ਕੈਪੇਬਿਲਿਟੀ ਉਹ ਘਟਣ ਲੱਗ ਜਾਂਦੀ ਹੈ। ਤਾਂ ਜੋ ਸਰੀਰਕ ਗਿਆਤਮਿਕ ਜੋ ਸਮਰਥਾਵਾਂ ਹੁੰਦੀਆਂ ਇਨਸਾਨ ਦੀਆਂ ਉਹ ਘਟਣ ਲੱਗ ਜਾਂਦੀਆਂ ਹੌਲੀ ਹੌਲੀ। ਨੈਕਸਟ ਆਪਾਂ ਪੜ੍ਹ ਚੁੱਕੇ ਸੀਗੇ ਕਹਿੰਦੇ ਜਿਹੜੇ ਵੀ ਆਪਣੇ ਜੀਵਨ ਦੇ ਵਿੱਚ ਪਰਿਵਰਤਨ ਆਉਂਦੇ ਹੈਗੇ ਆ ਉਹਨਾਂ ਦੇ ਨਾਲ ਕੀ ਹੁੰਦਾ ਹੈਗਾ ਜਿਹੜੇ ਵੀ ਆਪਣੇ ਪੁਰਾਣੇ ਲੱਛਣ ਹੁੰਦੇ ਆ ਉਹ ਤਾਂ ਹੌਲੀ ਹੌਲੀ ਲੁਪਤ ਹੋ ਜਾਂਦੇ, ਲੁਕ ਜਾਂਦੇ ਹੈ। ਕਿਉਂ ਲੁਕ ਜਾਂਦੇ ਹੈ? ਕਿਉਂਕਿ ਆਪਾਂ ਆਪਦੇ ਉੱਪਰ ਕੰਮ ਕਰਦੇ ਹਾਂ, ਡੇਲੀ ਆਪਣਾ ਵਿਕਾਸ ਹੁੰਦਾ ਹੈਗਾ, ਤਾਂ ਕੁਛ ਨਾ ਕੁਛ ਜਿਹੜੀਆਂ ਨਵੀਆਂ ਚੀਜ਼ਾਂ ਹੁੰਦੀਆਂ, ਨਵੀਆਂ ਸੰਰਚਨਾਵਾਂ ਆਪਣੇ ਜੀਵਨ ਵਿੱਚ ਹੁੰਦੀਆਂ, ਅਤੇ ਜਿਹੜੀਆਂ ਪੁਰਾਣੀਆਂ ਚੀਜ਼ਾਂ ਹੁੰਦੀਆਂ ਉਹ ਸਾਰੀਆਂ ਕੀ ਹੋ ਜਾਂਦੀਆਂ, ਲੁਪਤ ਹੋ ਜਾਂਦੀਆਂ। ਹੁਣ ਕੁਛ ਮਨੋਵਿਗਿਆਨੀ ਸੀਗੇ, ਠੀਕ ਹੈ, ਉਹ ਕੁਛ ਮਤਭੇਦ ਕਰਦੇ ਸੀ। ਮਤਲਬ ਕੁਛ ਮਨੋਵਿਗਿਆਨੀ ਐਵੇਂ ਦੇ ਸੀਗੇ ਜਿਹੜੇ ਕਿ ਮੰਨਦੇ ਸੀਗੇ ਵੀ ਜਿਹੜਾ ਵਿਕਾਸ ਹੁੰਦਾ ਉਹ ਨਿਰੰਤਰ ਹੁੰਦਾ, ਅਤੇ ਕੁਛ ਕਹਿੰਦੇ ਸੀਗੇ ਗੈਰ ਨਿਰੰਤਰ ਹੁੰਦਾ ਹੈਗਾ। ਮਤਲਬ ਉਹਨਾਂ ਦੋਨਾਂ ਦੀ ਆਪਦੀ ਸੋਚ ਸੀ, ਸਮਝ ਸੀਗੀ। ਹੁਣ ਇਹਨਾਂ ਚੀਜ਼ਾਂ ਨੂੰ ਪੜ੍ਹਨ ਵਾਸਤੇ ਆਪਾਂ ਨੇ ਕੋਲੇ ਕੁਝ ਪੁਆਇੰਟਸ ਦਿੱਤੇ ਹੋਏ ਹੈ ਜਿਨ੍ਹਾਂ ਨੂੰ ਆਪਾਂ ਡਿਸਕਸ ਕਰਦੇ ਆਂਗੇ। ਜਿਹੜਾ ਆਪਣਾ ਜੀਵਨ ਹੈ ਹੌਲੀ ਹੌਲੀ ਉਹ ਇੱਕ ਜੀਵਨ ਭਰ ਚੱਲਣ ਵਾਲੀ ਪ੍ਰਕਿਰਿਆ ਹੈਗੀ ਹੈ, ਠੀਕ ਹੈ। ਹੁਣ ਜਿਹਦੇ ਵਿੱਚ ਕੀ ਹੈ ਆਪਣੇ ਜੀਵਨ ਕਾਲ ਦੇ ਵਿੱਚ ਕੀ ਕੁਝ ਹੁੰਦਾ ਹੈਗਾ, ਜੀਵਨ ਕਾਲ ਦੇ ਵਿੱਚ ਜਿਹੜਾ ਵਿਕਾਸ ਹੈ ਇੱਕ ਕਾਫੀ ਸਾਰੀ ਲੰਬੀ ਪ੍ਰਕਿਰਿਆ ਹੈ। ਗਰਭ ਅਵਸਥਾ ਤੋਂ ਸਟਾਰਟ ਹੋ ਜਾਂਦੀ ਹੈ, ਬਹੁਤ ਸਾਰੇ ਅਪਸ ਐਂਡ ਡਾਊਨਸ ਆਉਂਦੇ ਹੈਗੇ, ਅਤੇ ਕਰਦੇ ਕਰਦੇ ਸਾਰਾ ਵਿਕਾਸ ਆਪਣੇ ਜੀਵਨ ਤੱਕ ਮਤਲਬ ਉਮਰ ਭਰ ਚੱਲਦਾ ਹੈਗਾ। ਵਿਅਕਤੀ ਦੇ ਜੀਵਨ ਵਿੱਚ ਪ੍ਰਤੀ ਦਿਨ ਘਟਣ ਵਾਲੇ ਸੰਰਚਨਾਤਮਕ ਅਤੇ ਕਿਰਿਆਤਮਕ ਪਰਿਵਰਤਨਾਂ ਦਾ ਨਾਮ ਹੀ ਵਿਕਾਸ ਹੈ। ਹੁਣ ਵਿਕਾਸ ਦਾ ਮਤਲਬ ਇਹ ਨਹੀਂ ਹੋਇਆ ਕਿ ਹਮੇਸ਼ਾ ਆਪਣੇ ਵਿੱਚ ਕੁਛ ਨਾ ਕੁਛ ਪੋਜ਼ਿਟਿਵ ਚੇਂਜ ਹੀ ਆਵੇ, ਕੁਛ ਨਾ ਕੁਛ ਨੈਗੇਟਿਵ ਚੇਂਜ ਵੀ ਆ ਸਕਦਾ ਹੈਗਾ, ਠੀਕ ਹੈ। ਅਪਸ ਵੀ ਹੁੰਦੇ ਆ ਲਾਈਫ 'ਚ, ਡਾਊਨਸ ਵੀ ਆਉਂਦੇ ਹੈਗੇ, ਕੁਛ ਵੀ ਹੋ ਸਕਦਾ ਹੈਗਾ। ਤਾਂ ਕੁਛ ਉਹ ਵਾਧਾ ਵੀ ਹੋ ਸਕਦਾ ਅਤੇ ਕੁਛ ਪਤਨ ਵੀ ਹੋ ਸਕਦਾ, ਪਰ ਕੁਛ ਚੇਂਜ ਹੋ ਰਿਹਾ ਹੈ ਨਾ। ਵਿਕਾਸ ਦਾ ਅਰਥ ਹੀ ਹੁੰਦਾ ਲਾਈਫ ਦੇ ਵਿੱਚ ਕੁਛ ਨਾ ਕੁਛ ਚੇਂਜ ਹੋਣਾ, ਚੇਂਜ ਹੋ ਰਿਹਾ ਹੈ ਨਾ। ਡੇਲੀ ਆਪਣੀ ਲਾਈਫ ਉਹੀ ਨਹੀਂ ਖੜੀ ਹੁੰਦੀ ਗੀ, ਡੇਲੀ ਕੁਛ ਨਾ ਕੁਛ ਚੇਂਜ ਹੁੰਦਾ ਹੈਗਾ। ਨੈਕਸਟ ਆਪਣੇ ਕੋਲ ਉਹੀ ਫਿਰ ਤੋਂ ਸੇਮ ਪੁਆਇੰਟ ਦੇਖੋ ਦੇ ਰੱਖਿਆ ਹੈਗਾ ਕਿ ਜਿਹੜੀਆਂ ਆਪਣੀਆਂ ਪੁਰਾਣੀਆਂ ਕਿਰਤੀਆਂ ਹੁੰਦੀਆਂ ਉਹ ਅਲੋਪ ਹੋ ਜਾਂਦੀਆਂ ਜਦੋਂ ਆਪਣੇ ਵਿੱਚ ਅਵਸਥਾਵਾਂ ਚੇਂਜ ਹੁੰਦੀਆਂ, ਕੁਛ ਨਾ ਕੁਛ ਨਵੀਨਤਾ ਆਪਣੇ ਵਿੱਚ ਆਉਂਦੀਆਂ, ਤਾਂ ਪੁਰਾਣੀਆਂ ਚੀਜ਼ਾਂ ਅਲੋਪ ਹੋ ਜਾਂਦੀਆਂ ਹੈਗੀਆਂ। ਹੋਰ ਇਹ ਵੀ ਚੀਜ਼ ਆਪਾਂ ਪੜ੍ਹ ਚੁੱਕੇ ਹਾਂ ਕਿ ਜਦੋਂ ਵੀ ਇੱਕ ਵਿਅਕਤੀ ਦਾ ਵਿਕਾਸ ਹੁੰਦਾ ਤਾਂ ਉਹਦੇ ਉੱਪਰ ਕਿਸੇ ਦੇਸ਼ ਦਾ, ਕਾਲ ਦਾ, ਸੱਭਿਆਚਾਰ ਦਾ, ਸਮਾਜ ਦਾ ਕਰਾ ਕੇ ਮਤਲਬ ਆਪਣੇ ਵਾਤਾਵਰਨ ਦਾ ਆਪਣੇ ਉੱਪਰ ਬਹੁਤ ਪ੍ਰਭਾਵ ਪੈਂਦਾ ਹੈਗਾ। ਜਿਹੜਾ ਵਿਕਾਸ ਹੁੰਦਾ ਉਸ ਦੇ ਵਿੱਚ ਕੀ ਹੁੰਦਾ, ਇੱਕ ਅਵਸਥਾ ਤੋਂ ਦੂਜੀ ਅਵਸਥਾ ਦੇ ਵਿੱਚ ਹੌਲੀ ਹੌਲੀ ਆਪਣਾ ਜੋ ਚੇਂਜ ਹੁੰਦਾ ਰਹਿੰਦਾ ਹੈ। ਆਪਾਂ ਡੇਲੀ ਵਿਕਾਸ ਹੁੰਦਾ ਹੈ ਅਤੇ ਡੇਲੀ ਆਪਣੇ ਸਟੇਜਸ ਦੇ ਵਿੱਚ ਚੇਂਜ ਹੁੰਦਾ ਰਹਿੰਦਾ ਹੈ, ਆਪਣੇ ਆਪ ਵਿੱਚ ਚੇਂਜ ਹੁੰਦਾ ਰਹਿੰਦਾ ਹੈ, ਡੇਲੀ ਚੇਂਜ ਹੁੰਦਾ ਕੁਛ ਨਾ ਕੁਛ, ਤਾਂ ਡੇਲੀ ਆਪਣੀਆਂ ਅਵਸਥਾਵਾਂ ਵੀ ਚੇਂਜ ਹੋਈ ਜਾਂਦੀਆਂ ਹੈਗੀਆਂ। ਹੁਣ ਜਦੋਂ ਆਪਣੇ ਵਿੱਚ ਚੇਂਜਸ ਹੁੰਦਾ ਹੈ ਤਾਂ ਇੱਕ ਜਿਹੜਾ ਬੱਚਾ ਹੁੰਦਾ ਉਹ ਅਪੂਰਨਤਾ ਤੋਂ ਪੂਰਨਤਾ ਵੱਲ ਜਾਂਦਾ ਹੈ, ਮਤਲਬ ਉਹਦੇ ਵਿੱਚ ਜੋ ਚੇਂਜ ਹੋ ਰਿਹਾ ਕੁਝ ਪੋਜ਼ਿਟਿਵ ਚੇਂਜ ਹੁੰਦਾ ਜਿਸ ਦੇ ਨਾਲ ਕੀ ਹੈ ਉਹ ਆਪਦਾ ਅੱਗੇ ਵੱਧਦਾ ਹੈਗਾ। ਨੈਕਸਟ ਪੁਆਇੰਟ ਹੈ ਬਾਲਕ ਅੰਦਰ ਹੋਣ ਵਾਲੇ ਲਗਾਤਾਰ ਵਿਕਾਸ ਪਰਿਵਰਤਨ
ਨਿਰਵਿਘਨ ਅਤੇ ਗਿਣਾਤਮਕ ਹੁੰਦੇ ਹਨ। ਤਾਂ ਬਾਲਕ ਦੇ ਅੰਦਰ ਜੋ ਵੀ ਵਿਕਾਸ ਹੁੰਦਾ ਹੈ ਉਹ ਕੀ ਹੁੰਦਾ, ਪਰਿਵਰਤਨਸ਼ੀਲ ਹੁੰਦਾ ਹੈਗਾ ਤੇ ਗਿਣਾਤਮਿਕ ਹੁੰਦਾ ਹੈਗਾ। ਠੀਕ ਹੈ ਜੀ। ਨੈਕਸਟ ਟੌਪਿਕ ਹੈ ਆਪਣਾ ਵਿਕਾਸ ਨਿਰੰਤਰ ਜਾਂ ਅਨਿਰੰਤਰ। ਵਿਕਾਸਾਤਮਿਕ ਮਨੋਵਿਗਿਆਨੀਆਂ ਅੰਦਰ ਇਹ ਹਮੇਸ਼ਾ ਬਹਿਸ ਦਾ ਵਿਸ਼ਾ ਰਿਹਾ ਹੈ ਕਿ ਵਿਕਾਸ ਨਿਰੰਤਰ ਪ੍ਰਕਿਰਿਆ ਹੈ ਜਾਂ ਗੈਰ ਨਿਰੰਤਰ ਚੱਲਣ ਵਾਲੀ। ਮਤਲਬ ਕਹਿੰਦੇ ਆਪਣੇ ਕੋਲੇ ਹੁਣ ਜਿਹੜੇ ਮਨੋਵਿਗਿਆਨੀ ਸੀਗੇ ਉਹ ਵੀ ਇਸ ਚਰਚਾ ਦੇ ਵਿੱਚ ਰਹਿੰਦੇ ਸੀਗੇ ਕਿ ਜਿਹੜਾ ਵਿਕਾਸ ਹੈ ਉਹ ਇੱਕ ਨਿਰੰਤਰ ਪ੍ਰਕਿਰਿਆ ਹੈ ਜਾਂ ਗੈਰ ਨਿਰੰਤਰ। ਸਭ ਤੋਂ ਪਹਿਲਾਂ ਤਾਂ ਨਿਰੰਤਰ ਤੇ ਗੈਰ ਨਿਰੰਤਰ ਨੂੰ ਦੇਖੋ ਬੱਚੇ। ਜਿਹੜਾ ਨਿਰੰਤਰ ਹੁੰਦਾ ਮਤਲਬ ਕੀ ਹੈਗਾ, ਉਹ ਕੰਟੀਨਿਊਸ ਚੀਜ਼ ਚੱਲ ਰਹੀ ਹੈ। ਜਿਵੇਂ ਕਿ ਦੇਖੋ ਇਹ ਇੱਥੇ ਇੱਕ ਚਾਈਲਡ ਹੈ, ਉਹ ਹੌਲੀ ਹੌਲੀ ਇਨਫੈਂਸੀ ਸਟੇਜ ਤੋਂ, ਇਨਫੈਂਸੀ ਸਟੇਜ ਦਾ ਮਤਲਬ ਹੁੰਦਾ ਹੈਗਾ ਜਦੋਂ ਬੱਚੇ ਦਾ ਬਰਥ ਹੋ ਗਿਆ, ਠੀਕ ਹੈ, ਤਾਂ ਉੱਥੋਂ ਸਟਾਰਟ ਹੋ ਜਾਂਦੀ ਹੈ ਇਨਫੈਂਸੀ। ਤੇ ਅਡਲਟਹੁੱਡ ਮਤਲਬ ਕੀ ਹੁੰਦਾ ਹੈਗਾ, ਜਦੋਂ ਬੱਚਾ ਵੱਡਾ ਹੋਈ ਜਾਂਦਾ ਹੈਗਾ। ਤਾਂ ਕੰਟੀਨਿਊਸ ਪ੍ਰੋਸੈਸ ਦੇ ਵਿੱਚ, ਨਿਰੰਤਰ ਪ੍ਰਕਿਰਿਆ ਦੇ ਵਿੱਚ ਹੋ ਗਿਆ ਕਿ ਡੇਲੀ ਆਪਣੇ ਵਿੱਚ ਕੁਛ ਨਾ ਕੁਛ ਚੇਂਜ ਆਉਂਦੇ ਹੈ ਤੇ ਆਪਣਾ ਕੀ ਹੈਗਾ ਜਿਹੜਾ ਇੱਕ ਪਲੇਟਫਾਰਮ ਹੈ ਸਮੂਥ ਚੱਲਦਾ ਹੈਗਾ। ਡਿਸਕੰਟੀਨਿਊਸ ਦਾ ਮਤਲਬ ਕੀ ਹੁੰਦਾ ਹੈਗਾ, ਪਹਿਲਾਂ ਆਪਣੇ ਵਿੱਚ ਇਨਫੈਂਸੀ ਸਟੇਜ ਆਈ, ਠੀਕ ਹੈ, ਆਪਾਂ ਆਹ ਕੁਛ ਸਿੱਖਿਆ ਇਸ ਸਟੇਜ ਦੇ ਵਿੱਚ, ਫਿਰ ਆਪਣੀ ਇੱਕ ਨੈਕਸਟ ਸਟੇਜ ਆਈ, ਫਿਰ ਆਪਾਂ ਉਹਦੇ ਵਿੱਚ ਆਹ ਕੁਛ ਸਿੱਖਿਆ। ਮਤਲਬ ਅਕੋਰਡਿੰਗ ਟੂ ਏਜ ਜੋ ਵੀ ਕੁਛ ਆਪਾਂ ਨੂੰ ਮਤਲਬ ਟਾਈਮ ਟੂ ਟਾਈਮ ਮਤਲਬ ਆਪਾਂ ਪੜ੍ਹਦੇ ਹੈਗੇ ਹਾਂ ਕਿ ਬੱਚਾ ਪਹਿਲੇ 2 ਸਾਲਾਂ ਦੇ ਵਿੱਚ ਉੱਠਣਾ ਬੈਠਣਾ ਸਿੱਖ ਜਾਂਦਾ ਹੈਗਾ, ਫਿਰ ਅਗਲੇ 5-4 ਸਾਲਾਂ ਦੇ ਵਿੱਚ ਬੱਚਾ ਚੱਲਣਾ ਦੌੜਨਾ ਭੱਜਣਾ ਪੜ੍ਹਨਾ ਲਿਖਣਾ ਸਿੱਖ ਜਾਂਦਾ ਹੈਗਾ, ਫਿਰ ਅਗਲੇ ਸਾਲਾਂ ਦੇ ਵਿੱਚ ਮਤਲਬ ਕਿ ਕੁਛ ਨੈਕਸਟ ਸਿੱਖ ਜਾਂਦਾ ਹੈਗਾ, ਫਿਰ ਵੱਡਾ ਹੋਇਆ ਹੋਰ ਸਿੱਖ ਜਾਂਦਾ ਹੈ। ਤਾਂ ਇਹ ਹੋ ਗਿਆ ਡਿਸਕੰਟੀਨਿਊਸ, ਮਤਲਬ ਬਾਰ-ਬਾਰ ਏਜ ਦੇ ਅਕੋਰਡਿੰਗ ਉਹ ਚੀਜ਼ਾਂ ਵੇਰੀ ਕਰੀ ਜਾਂਦੀਆਂ ਹੈਗੀਆਂ। ਸਮਝ ਗਏ ਕੰਟੀਨਿਊਸ ਤੇ ਡਿਸਕੰਟੀਨਿਊਸ ਨੂੰ। ਚਲੋ ਜੀ, ਤਾਂ ਹੁਣ ਜਿਹੜੇ ਮਨੋਵਿਗਿਆਨੀ ਸੀਗੇ ਉਹਨਾਂ ਨੂੰ ਇਸ ਚੀਜ਼ 'ਚ ਕਨਫਿਊਜ਼ਨ ਸੀਗੀ ਕਿ ਹੁਣ ਜਿਹੜਾ ਆਪਣਾ ਡਿਵੈਲਪਮੈਂਟ ਹੈਗੀ ਹੈ ਉਹ ਕੋਈ ਕੰਟੀਨਿਊਸ ਪ੍ਰੋਸੈਸ ਹੈ ਕਿ ਡਿਸਕੰਟੀਨਿਊਸ ਪ੍ਰੋਸੈਸ ਹੈ। ਤਾਂ ਹੁਣ ਉਹਨਾਂ ਦੀ ਆਪਸ ਦੇ ਵਿੱਚ ਹੀ ਅਲੱਗ-ਅਲੱਗ ਮਨੋਵਿਗਿਆਨੀਆਂ ਦੇ ਮਤਭੇਦ ਚੱਲਦੇ ਰਹਿੰਦੇ ਸੀਗੇ। ਕੋਈ ਕਹਿੰਦਾ ਹੁੰਦਾ ਸੀ ਇਹ ਨਿਰੰਤਰ ਹੈ, ਕੋਈ ਕਹਿੰਦਾ ਸੀ ਗੈਰ ਨਿਰੰਤਰ ਹੈ। ਤਾਂ ਹੁਣ ਦੇਖਿਆ ਜਾਵੇ ਕਹਿੰਦੇ ਜਿਹੜੇ ਆਪਣੇ ਕੋਲੇ ਹੁਣ ਬੱਚੇ ਹੈਗੇ ਉਹਨਾਂ ਦੇ ਵਿਕਾਸ ਦੇ ਉੱਪਰ ਬਲ ਦਿੱਤਾ ਜਾਂਦਾ ਹੈ ਕਿ ਉਹਨਾਂ ਦਾ ਜਿਹੜਾ ਵਿਕਾਸ ਹੈਗਾ ਉਹ ਕਿਸ ਤਰੀਕੇ ਦੀਆਂ ਅਵਸਥਾਵਾਂ ਵਿੱਚ ਹੁੰਦਾ ਹੈਗਾ। ਤਾਂ ਕੁਛ ਮਨੋਵਿਗਿਆਨੀ ਸੀਗੇ ਕਿ ਉਸ ਨੂੰ ਨਿਰੰਤਰ ਮੰਨਦੇ ਸੀਗੇ। ਨਿਰੰਤਰ ਦਾ ਮਤਲਬ ਹੁੰਦਾ ਸੀ ਕਿ ਜਿਹੜਾ ਵਿਅਕਤੀ ਹੈਗਾ ਉਹਦੇ ਵਿੱਚ ਕੁਛ ਨਾ ਕੁਛ ਗੁਣ ਕੌਸ਼ਲ ਇਹਨਾਂ ਸਾਰੀਆਂ ਚੀਜ਼ਾਂ ਦੀ ਹੌਲੀ ਹੌਲੀ ਵਾਧਾ ਹੁੰਦਾ ਹੈਗਾ। ਹੌਲੀ ਹੌਲੀ ਵਾਧਾ ਹੁੰਦਾ ਤਾਂ ਮਤਲਬ ਉਹ ਚੀਜ਼ ਕੰਟੀਨਿਊਸ ਹੈ। ਠੀਕ ਹੈ ਜੀ। ਤਾਂ ਜਿਹੜਾ ਵਿਕਾਸ ਹੈ ਉਹ ਇੱਕ ਨਿਰੰਤਰ ਜਾਂ ਗੈਰ ਨਿਰੰਤਰ ਹੋਣ ਵਾਲਾ ਵਿਕਾਸ ਦੀ ਪ੍ਰਕਿਰਿਆ ਨੂੰ ਘੋਖਣ ਦੇ ਢੰਗ ਤੇ ਨਿਰਭਰ ਕਰਦਾ ਹੈ ਕਿ ਬੱਚਾ ਕਿਸ ਤਰੀਕੇ ਦੇ ਨਾਲ ਉਸ ਚੀਜ਼ ਨੂੰ ਐਕਸਪ੍ਰੈਸ ਕਰ ਰਿਹਾ ਹੈਗਾ। ਉਹ ਕੀ ਹੋ ਗਿਆ, ਵਿਕਾਸ ਹੋ ਗਿਆ। ਕਹਿੰਦੇ ਹੁਣ ਜੇ ਕਹਿੰਦੇ ਆਪਾਂ ਜਿਹੜਾ ਵਿਵਹਾਰ ਹੈ ਉਸਦੇ ਪਰਿਵਰਤਨ ਨੂੰ ਆਪਾਂ ਥੋੜੇ ਲੰਬੇ ਸਮੇਂ ਤੱਕ ਅਧਿਐਨ ਕਰੀਏ, ਮਤਲਬ 5 ਜਾਂ 8 ਸਾਲਾਂ ਦਾ ਵਿਕਾਸ ਦੇਖੀਏ, ਤਾਂ ਉਹ ਜਿਹੜਾ ਵਿਕਾਸ ਹੈ ਕਹਿੰਦੇ ਆਪਾਂ ਨੂੰ ਇੱਕ ਗੈਰ ਨਿਰੰਤਰ ਦਿਖਾਈ ਦਿੰਦਾ ਹੈਗਾ। ਹੁਣ ਇਹ ਗੈਰ ਨਿਰੰਤਰ ਕਿਵੇਂ ਦਿਖਾਈ ਦਿੰਦਾ ਹੈਗਾ, ਹੁਣ ਆਪਾਂ ਇੱਕ ਐਗਜ਼ਾਮਪਲ ਲਗਾਉਂਦੇ ਹਾਂ। ਤੁਸੀਂ ਕਿਸੇ ਬੱਚੇ ਨੂੰ ਫੰਕਸ਼ਨ ਤੇ ਮਿਲੇ ਜਦੋਂ ਉਹ ਬੱਚਾ ਸੀਗਾ 2 ਸਾਲ ਦਾ, ਠੀਕ ਹੈ, ਫਿਰ ਤੁਸੀਂ ਨਹੀਂ ਮਿਲੇ, 5-4 ਸਾਲ ਟੱਪ ਗਏ, ਫਿਰ ਤੋਂ ਕਿਸੇ ਮੈਰਿਜ ਫੰਕਸ਼ਨ ਤੇ ਕਿਤੇ ਮਿਲੇ, ਉਹ ਬੱਚਾ ਹੁਣ ਕਿੰਨੇ ਸਾਲ ਦਾ ਹੋ ਗਿਆ, 7 ਸਾਲ ਦਾ, ਠੀਕ ਹੈ। ਤਾਂ ਤੁਹਾਨੂੰ ਉਹ ਉੱਡਾ ਹੀ ਦਿਖੂਗਾ ਜਿੰਨਾ ਕੁ ਪਹਿਲਾਂ ਦਿਖਦਾ ਸੀ? ਨਹੀਂ, ਕਾਫੀ ਸਾਰੇ ਚੇਂਜਸ ਆਏ। ਪਹਿਲਾਂ ਉਹ ਬੱਚਾ ਮਤਲਬ ਕੁਛ ਨਾ ਕੁਛ ਮਤਲਬ ਕਿਸੇ ਦੀ ਮਤਲਬ ਗੋਦੀ ਦੇ ਵਿੱਚ ਹੋਊਗਾ ਜਾਂ ਹੋਰ ਐਕਟੀਵਿਟੀਜ਼ ਕਰ ਰਿਹਾ ਹੋਊਗਾ। ਹੁਣ ਉਹ ਬੱਚਾ ਖੁਦ ਭੱਜ ਦੌੜ ਰਿਹਾ ਸੀ, ਸਭ ਕੁਝ ਕਰ ਰਿਹਾ ਸੀ ਆਪਦਾ, ਠੀਕ ਹੈ। ਤਾਂ ਮਤਲਬ ਤੁਹਾਨੂੰ ਕਾਫੀ ਚੇਂਜਸ ਮਿਲੀਆਂ। ਤਾਂ ਤੁਹਾਡੇ ਵਾਸਤੇ ਤਾਂ ਕੀ ਹੋ ਗਿਆ, ਉਹ ਚੀਜ਼ਾਂ ਡਿਸਕੰਟੀਨਿਊਸ ਹੋ ਗਈਆਂ। ਤੁਸੀਂ ਉਹ ਬੱਚੇ ਨੂੰ ਜਦੋਂ ਦੇਖਿਆ ਹੀ ਨਹੀਂਗਾ ਪਹਿਲਾਂ ਵਿਚਾਲਤੀ। ਪਰ ਜਿਹੜਾ ਉਸ ਬੱਚੇ ਨੂੰ ਡੇਲੀ ਓਬਜ਼ਰਵ ਕਰ ਰਹੀ ਹੈ ਉਹਨਾਂ ਲਈ ਤਾਂ ਫਿਰ ਉਹ ਕੰਟੀਨਿਊਸ ਪ੍ਰੋਸੈਸ ਹੈ ਨਾ। ਕਿਉਂਕਿ ਆਪਾਂ ਕਹਿੰਦੇ ਨਾ ਕਿ ਆਪਾਂ ਜਿਸ ਨੂੰ ਦੇਖਦੇ ਹਾਂ ਡੇਲੀ ਆਪਾਂ ਨੂੰ ਤਾਂ ਫੀਲ ਹੀ ਨਹੀਂ ਹੁੰਦਾ ਕਿ ਉਹ ਕਿੰਨਾ ਕੁ ਰੋਜ਼ ਵੱਧ ਰਿਹਾ ਹੈ। ਪਰ ਜਿਹੜਾ ਆਪਣਾ ਵਿਕਾਸ ਹੈ ਉਹ ਨਿਰੰਤਰ ਚੱਲਦਾ ਹੈਗਾ, ਠੀਕ ਹੈ, ਆਪਾਂ ਨੂੰ ਦਿਖਾਈ ਨਹੀਂ ਦਿੰਦਾ ਪਰ, ਠੀਕ ਹੈ, ਲਗਾਤਾਰ ਚੱਲਦਾ ਹੈ ਪਰ ਆਪਾਂ ਨੂੰ ਦਿਖਾਈ ਨਹੀਂ ਦਿੰਦਾ। ਪਰ ਜਿਹੜੀ ਚੀਜ਼ ਨੂੰ ਆਪਾਂ ਅਚਾਨਕ ਦੇਖਦੇ ਹਾਂ, ਸਾਲ 2 ਸਾਲ 4 ਸਾਲ ਬਾਅਦ ਦੇਖਦੇ ਹਾਂ, ਉਹ 'ਚ ਆਪਾਂ ਨੂੰ ਅਚਾਨਕ ਜਿਹੜਾ ਪਰਿਵਰਤਨ ਦਿਖਦਾ ਹੈ ਉਹ ਆਪਣੇ ਲਈ ਕੀ ਹੋ ਜਾਂਦਾ, ਫਿਰ ਉਹ ਡਿਸਕੰਟੀਨਿਊਸ ਹੋ ਜਾਂਦਾ ਹੈ। ਠੀਕ ਹੈ ਜੀ। ਤਾਂ ਇਸ ਦੇ ਵਿੱਚ ਸਾਰਾ ਕੁਝ ਇਹੀ ਚੀਜ਼ਾਂ ਹੀ ਆਪਾਂ ਨੂੰ ਸਮਝਾਈਆਂ ਹੋਈਆਂ ਹੈਗੀਆਂ। ਕਹਿੰਦੇ ਆਪਣੇ ਕੋਲ ਜਿਹੜੀ ਚੀਜ਼ ਆਪਣੇ ਇੱਕੋ ਦਮ ਪ੍ਰਗਟ ਹੋ ਜਾਂਦੀ ਹੈ ਆਪਣੇ ਵਾਸਤੇ, ਜਿਹੜੀ ਚੀਜ਼ ਨੂੰ ਆਪਾਂ ਐਕਸਪੈਕਟ ਵੀ ਨਹੀਂ ਕਰ ਰਹੇ ਹੁੰਦੇ, ਉਹ ਚੀਜ਼ ਤਾਂ ਹੋ ਜਾਂਦੀ ਹੈ ਆਪਣੇ ਲਈ ਡਿਸਕੰਟੀਨਿਊਸ। ਤੇ ਜਿਹੜੀ ਚੀਜ਼ ਆਪਾਂ ਰੋਜ਼ ਦੇਖਦੇ ਹਾਂ ਆਪਾਂ ਨੂੰ ਫੀਲ ਹੀ ਨਹੀਂ ਹੁੰਦਾ ਉਹਦੇ ਵਿੱਚ ਪਰਿਵਰਤਨ ਆਇਆ ਕਿ ਜ਼ਿਆਦਾ ਨਹੀਂ ਆਇਆ, ਪਰ ਪਰਿਵਰਤਨ ਆ ਤਾਂ ਰਿਹਾ ਨਾ।
ਬਸ ਆਪਾਂ ਨੂੰ ਨਹੀਂ ਫੀਲ ਹੁੰਦਾ ਵੀ ਕਿੰਨਾ ਕੁ ਪਰਿਵਰਤਨ ਆ ਰਿਹਾ ਹੈ, ਤਾਂ ਆਪਣੇ ਲਈ ਕੀ ਉਹ ਚੀਜ਼ ਹੈ ਕੰਟੀਨਿਊਸ। ਬੱਚੇ ਲਗਾਤਾਰ ਅਤੇ ਸਮਾਨ ਗਤੀ ਨਾਲ ਵੱਧਦੇ ਹਨ, ਭਾਵੇਂ ਮਾਪੇ ਆਪਣੀਆਂ ਅੱਖਾਂ ਨਾਲ ਨਹੀਂ ਦੇਖ ਸਕਦੇ। ਠੀਕ ਹੈ, ਹੁਣ ਆਪਾਂ ਨੂੰ ਰੋਜ਼-ਰੋਜ਼ ਆਪਣੇ ਮਾਤਾ ਪਿਤਾ ਦੇਖਦੇ ਆ ਤਾਂ ਉਹਨਾਂ ਨੂੰ ਨਹੀਂ ਫੀਲ ਹੁੰਦਾ ਕਿ ਆਪਣੇ ਵਿੱਚ ਕਿੰਨਾ ਕੁ ਡੇਲੀ ਚੇਂਜ ਆ ਰਿਹਾ ਹੈਗਾ। ਉਹਨਾਂ ਅੰਦਰ ਹਰ ਰੋਜ਼ ਖੇਡਦੇ ਹੈ, ਦੂਜਿਆਂ ਦੇ ਨਾਲ ਜੋ ਵੀ ਅੰਤਰ ਕਿਰਿਆਵਾਂ ਕਰਦੇ ਆ ਤਾਂ ਉਹਨਾਂ ਦੇ ਵਿੱਚ ਕੀ ਹੈਗਾ ਇੱਕ ਹੁਨਰ ਪੈਦਾ ਹੁੰਦਾ ਹੈ। ਤਾਂ ਸਾਰੀਆਂ ਚੀਜ਼ਾਂ ਕੀ ਬਣਾਉਂਦੀਆਂ ਹੈਗੀਆਂ ਕੰਟੀਨਿਊਸ ਡਿਵੈਲਪਮੈਂਟ ਬਣਾਉਂਦੀਆਂ। ਠੀਕ ਹੈ ਜੀ, ਇਸ ਤੋਂ ਬਾਅਦ ਹੈ ਆਪਣਾ ਗੈਰ ਨਿਰੰਤਰ ਪ੍ਰਕਿਰਿਆ। ਹੁਣ ਗੈਰ ਨਿਰੰਤਰ ਪ੍ਰਕਿਰਿਆ ਦੇ ਵਿੱਚ ਵੀ ਆਪਾਂ ਉਹੀ ਕੁਝ ਪੜਾਂਗੇ। ਗੈਰ ਨਿਰੰਤਰ ਪ੍ਰਕਿਰਿਆ ਦੇ ਵਿੱਚ ਕੀ ਹੁੰਦਾ, ਹੁਣ ਆਪਣੇ ਕੋਲੇ ਜੋ ਚੀਜ਼ਾਂ ਅਚਾਨਕ ਹੋ ਜਾਂਦੀਆਂ। ਠੀਕ ਹੈ, ਵਿਕਾਸ ਦੀ ਗੈਰ ਨਿਰੰਤਰ ਪ੍ਰਕਿਰਿਆ ਦੀ ਧਾਰਨਾ ਰੱਖਣ ਵਾਲੇ ਅਨੁਸਾਰ ਵਿਕਾਸ ਅਸਲ ਵਿੱਚ ਪਰਿਵਰਤਨ ਦੀਆਂ ਅਨੇਕਾਂ ਅਵਸਥਾਵਾਂ ਵਿੱਚ ਹੋਣ ਵਾਲੀ ਪ੍ਰਗਤੀ ਹੈ ਜੋ ਕਿ ਅਚਾਨਕ ਹੋ ਜਾਂਦੀ ਹੈ। ਠੀਕ ਹੈ, ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਕੀ ਕੁਝ ਹੋ ਗਿਆ। ਮਨੁੱਖ ਦਾ ਜਿਹੜਾ ਵਿਕਾਸ ਹੁੰਦਾ ਉਹਦੇ ਅੰਦਰ ਕੀ ਹੁੰਦਾ, ਕੁਝ ਨਾ ਕੁਝ ਪਰਿਵਰਤਨ ਆਉਂਦੇ ਹੈ, ਉਹਨਾਂ ਨੂੰ ਆਪਾਂ ਕੀ ਕਹਿੰਦੇ ਆਂਗੇ ਵਿਕਾਸ ਕਹਿੰਦੇ ਹਾਂ। ਇੱਕ ਉਦਾਹਰਨ ਕਹਿੰਦੇ ਜਿਹੜਾ ਸ਼ਿਸ਼ੂ ਤੋਂ ਜਦੋਂ ਬਾਲਕ ਦੀ ਅਵਸਥਾ ਆਉਂਦੀ ਹੈ ਤਾਂ ਬੱਚਿਆਂ ਦੇ ਵਿੱਚ ਭਾਸ਼ਾ ਦੀ ਯੋਗਤਾ ਗ੍ਰਹਿਣ ਹੋ ਜਾਂਦੀ ਹੈ। ਬੱਚਿਆਂ ਦੀ ਸੋਚਣ ਸ਼ਕਤੀ ਦੇ ਵਿਕਾਸ ਰਾਹੀਂ ਕੀ ਹੁੰਦਾ ਕੁਝ ਸ਼ਕਤੀਆਂ ਪੈਦਾ ਹੁੰਦੀਆਂ ਹੈਗੀਆਂ। ਹੋਰ ਇਸ ਦੇ ਵਿੱਚ ਕੀ ਸਮਝਾਇਆ ਹੋਇਆ ਵੀ ਜਿਹੜੀ ਗੈਰ ਨਿਰੰਤਰਤਾ ਹੁੰਦੀ ਹੈਗੀ ਉਹਨਾਂ ਨੂੰ ਜਿਹੜਾ ਕਿ ਸਿਧਾਂਤਵਾਦੀ ਸਮਝਾਉਂਦੇ ਹੈ, ਕਹਿੰਦੇ ਆਪਣੇ ਕੋਲੇ ਕੁਛ ਨਾ ਕੁਛ ਅਵਸਥਾਵਾਂ ਹੁੰਦੀਆਂ ਹੈਗੀਆਂ। ਹਰੇਕ ਅਵਸਥਾ ਦੇ ਵਿੱਚ ਕੀ ਹੈਗਾ ਵਿਵਹਾਰ ਪ੍ਰਗਟ ਹੁੰਦਾ ਹੈਗਾ। ਹਰ ਇੱਕ ਦੇ ਵਿੱਚ ਕੀ ਹੈ ਬੱਚਾ ਪਹਿਲਾਂ ਕੁਛ ਸਿੱਖਦਾ ਹੈ, ਫਿਰ ਕੁਛ ਸਿੱਖਦਾ ਹੈ। ਤਾਂ ਉਹ ਜਿਹੜੀਆਂ ਉਹਨਾਂ ਨੇ ਇੱਕ ਸਟੇਜਸ ਬਣਾਤੀਆਂ ਨਾ ਕਿ ਬੱਚਾ ਪਹਿਲੇ 2 ਸਾਲਾਂ ਦੇ ਵਿੱਚ ਆਹ ਕੁਛ ਸਿੱਖ ਲੈਂਦਾ ਹੈ, ਅਗਲੇ 5-4 ਸਾਲਾਂ ਵਿੱਚ ਆਹ ਕੁਛ ਸਿੱਖ ਲੈਂਦਾ ਹੈ। ਤਾਂ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਤੋੜ ਕੇ ਸਮਝਾਇਆ। ਤੋੜ ਕੇ ਸਮਝਾਉਣ ਦਾ ਮਤਲਬ ਡਿਸਕੰਟੀਨਿਊਸ ਪ੍ਰੋਸੈਸ ਬਣਾਤਾ ਉਹਨਾਂ ਨੇ। ਗੈਰ ਨਿਰੰਤਰਤਾ ਤੇ ਹਾਮੀਆਂ ਅਨੁਸਾਰ ਵਿਵਹਾਰ ਤੇ ਕੌਸ਼ਲਾਂ ਸਮੇਂ ਗੁਣਾਤਮਕ ਪਰਿਵਰਤਨ ਲਿਆਂਦਾ ਗਿਆ ਹੈ। ਬਾਲਕ ਅੰਦਰ ਨਵਾਂ ਵਿਵਹਾਰ ਕੌਸ਼ਲ ਜਾਂ ਗਿਆਨ ਅਚਾਨਕ ਸੁਚੇਤ ਰੂਪ ਦੇ ਨਾਲ ਉੱਭਰਦਾ ਹੈ। ਤਾਂ ਹੁਣ ਜਦੋਂ ਗੈਰ ਨਿਰੰਤਰ ਹੈਗਾ ਤਾਂ ਉਹਨਾਂ ਨੇ ਕੀ ਸਮਝਾਇਆਗਾ ਕਿ ਇਹਨਾਂ ਵਿੱਚ ਚੇਂਜ ਵਗੈਰਾ ਡੇਲੀ ਕੁਝ ਨਹੀਂ ਹੁੰਦਾਗਾ। ਮਤਲਬ ਕੀ ਹੈ ਉਹਨਾਂ ਦੇ ਵਿੱਚ ਅਚਾਨਕ ਹੀ ਆਪਾਂ ਨੂੰ ਦੇਖਣ ਨੂੰ ਮਿਲ ਜਾਂਦਾ ਹੈ। ਉਦਾਹਰਨ ਦੇ ਤੌਰ ਤੇ ਜਿਵੇਂ ਪਿਆਜੇ ਸੀਗਾ ਤਾਂ ਪਿਆਜੇ ਦੀ ਐਗਜ਼ਾਮਪਲ ਲੱਤੀ ਵੀ ਉਹਨਾਂ ਦਾ ਵਿਸ਼ਵਾਸ ਸੀਗਾ ਕਿ 7 ਤੋਂ ਲੈ ਕੇ 11 ਸਾਲ ਦੀ ਉਮਰ ਦੇ ਜਿਹੜੇ ਬੱਚੇ ਹੁੰਦੇ ਹੈਗੇ ਉਹਨਾਂ ਦੀ ਜਿਹੜੀ ਸੋਚ ਹੈਗੀ ਆ ਉਹ ਕੀ ਹੁੰਦੀ ਹੈ ਕੌਨਕਰੀਟ ਹੁੰਦੀ ਹੈ। ਕੌਨਕਰੀਟ ਦਾ ਮਤਲਬ ਹੋਇਆ 7 ਸਾਲ ਤੋਂ 11 ਸਾਲ ਦੇ ਜਿਹੜੇ ਬੱਚੇ ਹੁੰਦੇ ਹੈਗੇ ਉਹ ਵਸਤੂਆਂ ਦੇ ਨਾਲ ਜੁੜੇ ਹੁੰਦੇ ਹੈਗੇ। ਅਗਰ ਆਪਾਂ ਉਹਨਾਂ ਨੂੰ ਕੋਈ ਐਵੇਂ ਦੀ ਵਸਤੂ ਬਾਰੇ ਗੱਲ ਕਰੀਏ ਜੋ ਉਹਨਾਂ ਨੇ ਕਦੇ ਨਹੀਂ ਦੇਖੀ ਹੋਏਗੀ ਤਾਂ ਫਿਰ ਉਹਨਾਂ ਨੂੰ ਚੀਜ਼ ਸਮਝ ਨਹੀਂ ਆਉਂਦੀ ਵੀ ਆਪਾਂ ਕਿਹਦੀ ਗੱਲ ਕਰੀ ਜਾਂਦੇ ਹਾਂ। ਠੀਕ ਹੈ ਜੀ, ਪਰ ਉਸ ਤੋਂ ਬਾਅਦ ਕਹਿੰਦੇ ਜਦੋਂ ਆਪਣੀ ਕਿਸ਼ੋਰ ਅਵਸਥਾ ਆ ਜਾਂਦੀ ਹੈ ਆਪਾਂ ਇੱਕ ਅਮੂਰਤ ਸੋਚਣ ਲੱਗ ਜੰਨੇ ਆ। ਆਪਾਂ ਜਿਹੜੀ ਚੀਜ਼ ਨੂੰ ਨਹੀਂ ਵੀ ਸੁਣਿਆ ਦੇਖਿਆ ਹੁੰਦਾ ਆਪਾਂ ਉਸ ਚੀਜ਼ ਬਾਰੇ ਵੀ ਫੀਲ ਕਰਦੇ ਹਾਂ। ਠੀਕ ਹੈ, ਜਿਵੇਂ ਕਿ ਕੋਈ ਪਰਸਨ ਹੈ ਆਪਾਂ ਨੂੰ ਕਿਸੇ ਹੋਰ ਬੰਦੇ ਬਾਰੇ ਗੱਲ ਸੁਣਾ ਰਿਹਾ ਹੈ, ਆਪਾਂ ਬੜੇ ਹੀ ਧਿਆਨ ਨਾਲ ਸੁਣ ਲੈਂਦੇ ਹਾਂ, ਸਮਝ ਲੈਂਦੇ ਹਾਂ, ਹਾਲਾਂਕਿ ਆਪਾਂ ਉਸ ਵਿਅਕਤੀ ਨੂੰ ਦੇਖਿਆ ਵੀ ਨਹੀਂ ਹੁੰਦਾ, ਜਾਣਦੇ ਵੀ ਨਹੀਂ ਹੁੰਦੇ। ਪਰ ਜੇ ਉਹੀ ਆਪਾਂ ਕਿਸੇ ਹੋਰ ਥਰਡ ਪਰਸਨ ਦੀ ਗੱਲ 8-9 ਸਾਲ ਦੇ ਬੱਚੇ ਕੋਲੇ ਕਰੀਏ ਤਾਂ ਉਹਨੂੰ ਨਹੀਂ ਸਮਝ ਆਊਗੀ। ਉਹ ਬੱਚਾ ਕਹੂਗਾ ਕਿ ਨਹੀਂ ਮੈਨੂੰ ਨਹੀਂ ਪਤਾ, ਮੈਂ ਨਹੀਂ ਜਾਣਦਾ ਉਸਨੂੰ, ਹੈ ਨਾ, ਕਿਉਂਕਿ ਉਹਨੂੰ ਕੁਝ ਸਮਝ ਹੀ ਨਹੀਂ ਆਉਂਦਾ, ਕੋਈ ਇੰਟਰਸਟ ਨਹੀਂ ਹੁੰਦਾ ਫਿਰ ਬੱਚੇ ਦਾ ਇਸ ਚੀਜ਼ਾਂ ਦੇ ਵੱਲ। ਤਾਂ ਫਿਰ ਜੋ ਜੀਨ ਪਿਆਜੇ ਸੀ ਉਹਨਾਂ ਨੇ ਵੀ ਕੀ ਸਮਝਾਇਆ ਹੈਗਾ ਕਿ ਜਿਹੜਾ ਬੌਧਿਕ ਅਵਸਥਾਵਾਂ ਹੁੰਦੀਆਂ ਹੈਗੀਆਂ ਉਹ ਇੱਕ ਗੈਰ ਨਿਰੰਤਰ ਹੁੰਦੀਆਂ ਹੈਗੀਆਂ, ਇੱਕ ਪੈਟਰਨ ਦੇ ਵਿੱਚ ਚੱਲਦੀਆਂ ਹੈਗੀਆਂ। ਠੀਕ ਹੈ, ਕਿ ਮਤਲਬ ਪਹਿਲੇ 2 ਸਾਲਾਂ ਵਿੱਚ ਬੱਚਾ ਹੀ ਸਿੱਖੂਗਾ, ਅਗਲੇ 5 ਸਾਲਾਂ 'ਚ ਇਹ ਸਿੱਖੂਗਾ, ਅਗਲੇ ਨੈਕਸਟ 7 ਤੋਂ 11 ਸਾਲ ਤੱਕ ਆਹ ਸਿੱਖ ਲੂਗਾ। ਤਾਂ ਇਹ ਸਾਰਾ ਕੁਝ ਕੀ ਹੈਗਾ ਚੀਜ਼ਾਂ ਗੈਰ ਨਿਰੰਤਰ ਹੁੰਦੀਆਂ ਹੈਗੀਆਂ। ਠੀਕ ਹੈ ਜੀ, ਸੋ ਇੱਥੇ ਆਪਣਾ ਚੈਪਟਰ ਖਤਮ ਹੋਇਆ। ਠੀਕ ਹੈ ਜੀ, ਆਈ ਹੋਪ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ। ਤੇ ਜੇ ਕੋਈ ਤੁਹਾਨੂੰ ਟੌਪਿਕ ਨਹੀਂ ਸਮਝ ਆਇਆ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਦਿਓ। ਠੀਕ ਹੈ ਜੀ, ਆਪਾਂ ਉਸ ਚੀਜ਼ ਨੂੰ ਦੁਬਾਰਾ ਡਿਸਕਸ ਕਰ ਲਵਾਂਗੇ। ਓਕੇ, ਥੈਂਕ ਯੂ ਸੋ ਮਚ।